नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम बॉलीवुड ड्राइवरों ਦੇ ਵਿੱਚ मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਨਾ ਸਿਰਫ ਡਰਾਈਵਰ ਵੀਰਾਂ ਦੇ ਬਾਰੇ ਵਿੱਚ ਗੱਲਬਾਤ ਹੋਏਗੀ ਬਲਕਿ ਉਸ ਚੀਜ਼ ਦੇ ਬਾਰੇ ਵੀ ਗੱਲਬਾਤ ਹੋਏਗੀ ਜਿਹਦੇ ਵਿੱਚ ਗੱਡੀਆਂ ਚੱਲਦੀਆਂ ਨੇ ਗੱਡੀਆਂ ਕਿਸ ਚੀਜ਼ ਨਾਲ ਚੱਲਦੀਆਂ ਨੇ ਫਿਊਲ ਨਾਲ ਡੀਜ਼ਲ ਦੇ ਨਾਲ ਚੱਲਦੀਆਂ ਨੇ ਪਰ ਇਸ ਵਕਤ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਇਸ ਚੀਜ਼ ਨੂੰ ਰਿਪਲੇਸ ਕਰਨ ਦੀ ਗੱਲ ਕਰ ਰਹੀਆਂ ਨੇ ਪਰ ਰਿਪਲੇਸ ਕਿੱਦਾਂ ਕੀਤਾ ਜਾਏਗਾ ਇਹ ਕਿਹਾ ਜਾ ਰਿਹਾ ਹੈ ਕਿ ਕਲਾਈਮੇਟ ਜਿਹੜਾ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਜਲਵਾਯੂ ਪਰਿਵਰਤਨ ਬਹੁਤ ਦੇਖਣ ਨੂੰ ਮਿਲ ਰਿਹਾ ਵਾ ਜਿਹਦੇ ਕਰਕੇ এনवायरमेंट ਦੇ ਉੱਤੇ ਕਾਫੀ ਇਫੈਕਟ ਦੇਖਣ ਨੂੰ ਮਿਲ ਰਿਹਾ ਮੌਸਮ ਚੇਂਜ ਹੋ ਰਹੇ ਨੇ ਅਜਿਹੇ ਦੇ ਵਿੱਚ ਵੱਖ-ਵੱਖ ਮੁਲਕ ਚਾਹ ਰਹੇ ਨੇ ਕਿ ਇਸ ਜਿਹੜੇ ਪ੍ਰਦੂਸ਼ਣ ਨੂੰ ਘਟਾਇਆ ਜਾਵੇ ਤੇ ਘਟਾਉਣ ਲਈ ਕੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਅੱਜ ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਤੇ ਕੀ ਇਹਨਾਂ ਦੇ ਕੋਈ ਸਾਰਥਕ ਨਤੀਜੇ ਵਾਕਈ ਨਿਕਲ ਸਕਦੇ ਆ ਜਾਂ ਸਿਰਫ ਆਪਣੀ ਆਵਾਮ ਨੂੰ ਜਿਹੜਾ ਇਹ ਤੰਗ ਪਰੇਸ਼ਾਨ ਕਰਨ ਦਾ ਇੱਕ ਜ਼ਰੀਆ ਬਣਾਇਆ ਜਾ ਰਿਹਾ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਸਾਡੇ ਟਰੱਕ ਡਰਾਈਵਰ ਵੀਰਾਂ ਦੀ ਖਾਸ ਤੌਰ ਤੇ ਜਿਹੜੇ ਕਿ ਕੈਨੇਡਾ ਵਿੱਚ ਰਹਿੰਦੇ ਨੇ ਆਮ ਤੌਰ ਤੇ ਤੁਸੀਂ ਕੋਈ ਜੌਬ ਕਰਦੇ ਹੋ ਤਾਂ ਕੋਈ ਨਾ ਕੋਈ ਮਿਨੀਮਮ ਵੇਜ ਤੁਹਾਡੀ ਤੈਅ ਹੁੰਦੀ ਹੈ ਜੇਕਰ ਤੁਸੀਂ ਟਰੱਕ ਡਰਾਈਵਰ ਹੈਗੇ ਹੋ ਤਾਂ ਇਸ ਚੀਜ਼ ਨੂੰ ਲੈ ਕੇ ਜਦੋਂ ਤੁਹਾਡੇ ਬਾਰੇ ਗੱਲਬਾਤ ਹੁੰਦੀ ਹੈ ਜੇ ਤੁਸੀਂ ਓਨਰ ਆਪਰੇਟਰ ਵੀ ਹੈਗੇ ਹੋ ਘਾਟੇ ਵਾਧੇ ਚੱਲਦੇ ਰਹਿੰਦੇ ਨੇ ਸੋ ਇਸ ਇੰਡਸਟਰੀ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੀ ਬੈਕਬੋਨ ਕਹੀ ਜਾਂਦੀ ਹੈ ਪਰ ਇਸ ਵਕਤ ਇਹ ਬੈਕਬੋਨ ਕਾਫੀ ਜ਼ਿਆਦਾ ਹਿੱਲ ਚੁੱਕੀ ਹੈ ਸੋ ਇਸ ਵਕਤ ਕਿਹੜੇ ਹਾਲਾਤਾਂ ਚੋਂ ਲੰਘ ਰਹੇ ਨੇ ਡਰਾਈਵਰ ਵੀਰ ਕੁਝ ਇਹ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਨਾਲ ਹੀ ਸਾਡੇ ਉਹਨਾਂ ਨੇਤਾਵਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਜਿਹੜੇ ਸਰਕਾਰੀ ਖਰਚਿਆਂ ਦੇ ਉੱਤੇ ਇਸ ਵਕਤ ਕਾਫੀ ਜ਼ਿਆਦਾ ਮੌਜ ਮਾਣ ਰਹੇ ਨੇ ਸੋ ਕਿੰਨੇ ਕੁ ਖਰਚੇ ਆ ਜਾਂਦੇ ਆ ਜੀ ਇਹਨਾਂ ਦੇ ਇੱਕ ਟ੍ਰਿਪ ਦੇ ਉੱਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਕਾਰਬਨ ਟੈਕਸ ਬਾਰੇ ਗੱਲਬਾਤ ਕਰਾਂਗੇ ਕਾਫੀ ਇਨਫੋਰਮੇਸ਼ਨ ਇਸ ਵਾਰੀ ਇਕੱਠੀ ਕਰਕੇ ਲਿਆਂਦੀ ਗਈ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਜਾਣਕਾਰੀ ਦੇਣ ਲਈ ਜੁੜ ਚੁੱਕੇ ਨੇ ਜੀ ਮੇਰੇ ਸਹਿਯੋਗੀ ਗੁਰਜੀਤ ਸਿੰਘ ਬਾਠ ਵੈਲਕਮ ਟੂ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ ਸਰੋਤਿਓ ਮੈਂ ਤੁਹਾਡਾ ਆਪਦਾ ਗੁਰਜੀਤ ਸਿੰਘ ਬਾਠ ਇੱਕ ਵਾਰੀ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜੋ ਵੀ ਘਟਿਆ ਵਾਪਰਿਆ ਵਾ ਕੈਨੇਡਾ ਦੇ ਵਿੱਚ ਉਹਦੀ ਤੁਹਾਡੇ ਨਾਲ ਸਾਂਝ ਜ਼ਰੂਰ ਪਾਈ ਜਾਵੇ ਅੱਜ ਦੇ ਮਸਲਿਆਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਹਾਈਡਰੋਜਨ ਇੰਜਨ ਦਾ ਬੜਾ ਜਿਹੜਾ ਮਸਲਾ ਵਾ ਗਰਮਾਇਆ ਹੋਇਆ ਇਸ ਦੇ ਬਾਰੇ ਜ਼ਰੂਰ ਗੱਲਬਾਤ ਕਰੀਏ ਬਿਲਕੁਲ ਉਹ ਕਹਿੰਦੇ ਕਿ ਘਰ ਘਰ ਹੁਣ ਇਹਨਾਂ ਨੇ ਇਲੈਕਟ੍ਰਿਕ ਕਾਰਾਂ ਲਿਆਉਣੀਆਂ ਨੇ ਤਾਂ ਕਿ ਜਿਹੜਾ ਘੱਟੋ ਘੱਟ ਜਿਹੜਾ ਵਾਤਾਵਰਣ ਪ੍ਰਦੂਸ਼ਣ ਜਿਹੜਾ ਹੋ ਰਿਹਾ ਉਹਨੂੰ ਘਟਾਇਆ ਜਾ ਸਕੇ ਕਦੇ ਕੋਈ ਰਣਨੀਤੀ ਲੈ ਕੇ ਆ ਜਾਂਦਾ ਕਦੇ ਕੋਈ 2030 ਤੱਕ ਹੁਣ ਕੈਨੇਡਾ ਨੇ ਆਪਣਾ ਇੱਕ ਬਣਾਇਆ ਹੋਇਆ ਟਾਰਗੇਟ ਬਣਾਇਆ ਹੋਇਆ ਵਾ ਕਿ ਪ੍ਰਦੂਸ਼ਣ ਨੂੰ ਘਟਾਇਆ ਜਾਵੇ ਸੋ ਵੈਸੇ ਸਰਕਾਰਾਂ ਜੇ ਉਹ ਸੋਚ ਰਹੀਆਂ ਨੇ ਕਹਿੰਦੇ ਚੰਗੀ ਗੱਲ ਆ ਸੋਚਣਾ ਚਾਹੀਦਾ ਅਸੀਂ ਧਰਤੀ ਨੂੰ ਬਹੁਤ ਗੰਦਲਾ ਵੀ ਕਰ ਦਿੱਤਾ ਆ ਪਰ ਕੀ ਇਹ ਸੋਚ ਸਹੀ ਦਿਸ਼ਾ ਵਿੱਚ ਜਾ ਰਹੀ ਹੈ ਗੁਰਜੀਤ ਦੇਖੋ ਜਿੱਥੇ ਤੱਕ ਗੱਲ ਆ ਗਈ ਕਦੀ ਕਹਿ ਦਿੰਦੇ ਨੇ ਵੀ ਤੁਸੀਂ ਜਿਹੜਾ ਇਹਨਾਂ ਦੀ ਸੋਚ ਦੀ ਗੱਲ ਕਰ ਲਈਏ ਇਹਨਾਂ ਨੂੰ ਰਿਪਲੇਸਮੈਂਟ ਕੋਈ ਨਹੀਂ ਲੱਭ ਰਿਹਾ ਸੋਚ ਤਾਂ ਚੰਗੀ ਹੈ ਸਾਨੂੰ ਵਾਤਾਵਰਣ ਨੂੰ ਬਚਾਉਣਾ ਚਾਹੀਦਾ ਪਰ ਉਹ ਕੈਨੇਡੀਅਨ ਨੂੰ ਟੈਕਸ ਕਰਕੇ ਨਹੀਂ ਹੋ ਸਕਦਾ ਉਹ ਜਿਹੜੇ ਸਾਡੇ ਟਰੱਕ ਆ ਜਿਹੜੇ ਸੈਮੀ ਟਰੱਕ ਆ ਉਹਨਾਂ ਨੂੰ ਬੰਦ ਕਰਕੇ ਨਹੀਂ ਹੋ ਸਕਦਾ ਉਹਦੇ ਆਲਟਰਨੇਟਿਵ ਸਾਨੂੰ ਹੋਰ ਲੱਭਣੇ ਪੈਣੇ ਆ ਜੇ ਸਾਡਾ ਇੱਕ ਪਲੈਨਟ ਆ ਇੱਕ ਧਰਤੀ ਆ ਸਾਰੀਆਂ ਕੰਟਰੀਆਂ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਕੋਈ ਮਸਲੇ ਦਾ ਹੱਲ ਲੱਭਣਾ ਪੈਣਾ ਇਹ ਨਹੀਂ ਵੀ ਜੇ ਆਪਾਂ ਐਜ਼ ਅ ਕੈਨੇਡੀਅਨ ਇਹਨਾਂ ਦੀ ਪਾਰਲੀਮੈਂਟ ਦੀ ਆਪਦੀ ਸਟੇਟਮੈਂਟ ਸੀ ਹਾਊਸ ਆਫ ਕਾਮਨ ਦੀ ਜਸਟਿਨ ਟਰੂਡੋ ਉਹਨਾਂ ਦੀ ਗੱਲ ਕਰੀਏ ਇਹਨਾਂ ਦੀ ਪਾਰਟੀ ਦੀ ਸਟੇਟਮੈਂਟ ਆ ਵੀ ਜੇ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਆ ਵੀ ਸਾਰੀਆਂ ਗੱਡੀਆਂ ਬੰਦ ਕਰ ਦਈਏ ਟਰੱਕ ਬੰਦ ਕਰ ਦਈਏ ਪੂਰੀ ਇੰਡਸਟਰੀ ਸ਼ਟ ਡਾਊਨ ਕਰ ਦਈਏ ਵੀ ਕੁਝ ਵੀ ਨਾ ਚੱਲੇ ਘਰਾਂ ਦੇ ਵਿੱਚ ਬਹਿ ਜਾਈਏ ਪ੍ਰਦੂਸ਼ਣ ਤੇ ਤਾਂ ਵੀ ਕੰਟਰੋਲ ਨਹੀਂ ਹੋਣਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵਾ ਪੂਰਾ ਵਰਲਡ ਨੂੰ ਡੋਮੀਨੇਟ ਕਰਦਾ ਹੋਰ ਕੰਟਰੀਆਂ ਨੇ ਸਮੇਂ ਸਿਰ ਜਿਹੜੀਆਂ ਸਟੇਟਮੈਂਟਾਂ ਪੋਲੀਟੀਕਲ ਲੀਡਰਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ ਟਰੰਪ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਸੀ ਵੀ ਇੰਡੀਆ ਤੇ ਚਾਈਨਾ ਸਭ ਤੋਂ ਵੱਧ ਕੰਟਰੀਬਿਊਟ ਕਰਦਾ ਪੋਲਿਊਸ਼ਨ ਦੇ ਵਿੱਚ ਵੀ ਉਹ ਇਸ ਚੀਜ਼ ਦਾ ਹੱਲ ਕਰਨ ਵੀ ਅਸੀਂ ਕਿਉਂ ਇਸ ਚੀਜ਼ ਦੇ ਵੱਧ ਪੈਸਾ ਲਾਈਏ ਹਾਲਾਂਕਿ ਉਹ ਬਿਜ਼ਨਸਮੈਨ ਨੂੰ ਐਜ਼ ਅ ਬਿਜ਼ਨਸਮੈਨ ਜ਼ਿਆਦਾ ਸੋਚ ਰੱਖਦੇ ਨੇ ਵੀ ਆਪਣੀ ਸਾਡੀ ਕੰਟਰੀ ਦੀ ਜਿਹੜੀਆਂ ਆਪਾਂ ਰਿਸੋਰਸਿਸ ਆ ਕਿਉਂ ਵੇਸਟ ਕਰੀਏ ਪਰ ਆਪਾਂ ਵਾਪਸ ਆਉਂਦੇ ਆ ਜਿੱਥੇ ਆਪਾਂ ਹਾਈਡਰੋਜਨ ਇੰਜਨ ਦੀ ਗੱਲ ਕਰੀਏ ਪਹਿਲਾਂ ਕਹਿੰਦੇ ਸੀ ਵੀ ਬੈਟਰੀਆਂ ਦੇ ਟਰੱਕ ਚਲਾਵਾਂਗੇ ਹੁਣ ਇਹਨਾਂ ਦੀ ਕੋਸ਼ਿਸ਼ ਆ ਵੀ ਹਾਈਡਰੋਜਨ ਦੇ ਉੱਤੇ ਟਰੱਕ ਚੱਲਣ ਕਿਉਂਕਿ ਇਹਨਾਂ ਨੂੰ ਪਤਾ ਜਿਹੜਾ ਕੈਨੇਡਾ ਦਾ এনवायरमेंट ਆ ਉਹ ਸਾਨੂੰ ਅਲਾਓ ਨਹੀਂ ਕਰਦਾ ਕਿਉਂਕਿ ਜਿਹੜੀ ਟੈਸਲਾ ਗੱਡੀ ਵੀ ਜਾਂ ਬੈਟਰੀ ਇਕਵਿਪਡ ਕੋਈ ਵੀ ਗੱਡੀ ਆ ਮਾਰਕੀਟ ਦੇ ਵਿੱਚ ਜੇ ਆਪਾਂ ਵਿੰਟਰ ਤੇ ਸਮਰ ਨੂੰ ਕੰਪੇਅਰ ਕਰੀਏ ਕੰਪੈਰੀਟਿਵਲੀ ਉਹਨਾਂ ਦੀ ਜਿਹੜੀ ਰੇਂਜ ਆ ਬਹੁਤ ਜ਼ਿਆਦਾ ਘਟ ਜਾਂਦੀ ਹੈ ਉਹ এনवायरमेंट ਵੀ ਤਾਂ ਕਿਤੇ ਨਾ ਕਿਤੇ ਇਫੈਕਟ ਪਾਏਗਾ ਜੇ ਅਸੀਂ ਕਹਿੰਦੇ ਨੇ ਕੁਝ ਮੁਲਕ ਹੁਣ ਜੇ ਇੰਡੀਆ ਦੀ ਅਸੀਂ ਗੱਲ ਕਰ ਲਈ ਕਿ ਉਹਨਾਂ ਮੁਲਕਾਂ 'ਚ ਜੇ ਤੁਸੀਂ ਕਹੋ ਵੀ ਕਾਮਯਾਬ ਹੋ ਸਕਦੀ ਹੈ ਉੱਥੇ ਵੈਦਰ ਇਹ ਜਿਹਾ ਹੈਗਾ ਆ ਪਰ ਜੇ ਅਸੀਂ ਇੱਥੇ ਗੱਲ ਕਰੀਏ ਜੇ ਇੱਥੇ ਵੈਦਰ ਕੰਡੀਸ਼ਨਸ ਹੈਗੀਆਂ ਨੇ ਕਿ ਉਹਨਾਂ ਕੰਡੀਸ਼ਨਸ ਦੇ ਵਿੱਚ ਜਿਹੜੇ ਇਹ ਟੀਚੇ ਲੈ ਕੇ ਚੱਲ ਰਹੇ ਨੇ ਉਹਨਾਂ ਨੂੰ ਈਜ਼ੀਲੀ ਅਚੀਵ ਕੀਤਾ ਜਾ ਸਕਦਾ ਹੈ ਈਜ਼ੀਲੀ ਤਾਂ ਕਿਤੇ ਵੀ ਅਚੀਵ ਹੁੰਦੇ ਨਜ਼ਰ ਨਹੀਂ ਆ ਰਹੀ ਕਿਉਂਕਿ ਜੇ ਹੁੰਦੇ ਇਹਨਾਂ ਨੂੰ ਸਾਡੇ ਕੋਲ ਐਗਜ਼ਾਮਪਲਾਂ ਆ ਜਾਣੀਆਂ ਸੀਗੀਆਂ ਹਾਲਾਂਕਿ ਇੱਕਾ ਦੁੱਕਾ ਜਿਹੜੇ ਟਰੱਕ ਆ ਟੈਸਲਾ ਦੇ ਜਿਹੜੇ ਸੈਮੀ ਟਰੱਕ ਆ ਅਮਰੀਕਾ ਦੇ ਰੋਡਾਂ ਦੇ ਉੱਤੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਰਕੂਲੇਟ ਕਰ ਰਹੀਆਂ ਉਹ ਕਿੰਨੇ ਕੁ ਕਾਬਜ ਸਾਬਤ ਹੁੰਦੇ ਨੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੇ ਆਪਾਂ ਸਾਡਾ ਵੈਦਰ ਇੱਥੇ ਬਹੁਤ ਹਾਰਸ਼ ਹੋ ਜਾਂਦਾ ਵਿੰਟਰਸ ਦੇ ਵਿੱਚ ਜੇ ਆਪਾਂ ਸਪੈਸ਼ਲੀ ਵੈਸਟ ਕੋਸਟ ਵੱਲ ਗੱਲ ਕਰ ਲਈਏ ਜੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਈਏ ਜਾਂ ਕਿਤੇ ਵੀ ਮਾਊਂਟੇਨ ਏਰੀਆਜ਼ ਆ ਜਾਂਦੇ ਨੇ ਨੋਵਾ ਸਕੋਸ਼ੀਆ ਆਪਾਂ ਕਿਤੇ ਵੀ ਗੱਲ ਕਰ ਲਈਏ ਕੈਨੇਡੀਅਨ ਸੂਬਿਆਂ ਦੇ ਵਿੱਚ ਠੰਡ ਜ਼ਿਆਦਾ ਪੈਂਦੀ ਆ ਤੇ ਨਾਰਥਰਨ ਪ੍ਰੋਵਿੰਸਸ ਦੇ ਵਿੱਚ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਆਊਗਾ ਜੇ ਬੈਟਰੀ ਦੇ ਟਰੱਕ ਲੈ ਕੇ ਆਉਂਦੇ ਨੇ ਇਹਨਾਂ ਤੋਂ ਪਹਿਲਾਂ ਜਿਹੜਾ ਸਾਡਾ ਇਨਫਰਾਸਟ੍ਰਕਚਰ ਆ ਉਹ ਬਹੁਤ ਬਿਲਡ ਕਰਨ ਦੀ ਲੋੜ ਆ ਵੀ ਸਾਡੇ ਕੋਲ ਤਾਂ ਟਰੱਕ ਸਟਾਪ ਨਹੀਂ ਬਣਦੇ ਪਏ ਰੈਸਟ ਏਰੀਆ ਨਹੀਂ ਬਣਦੇ ਪਏ ਇੰਨੇ ਚਾਰਜਿੰਗ ਸਟੇਸ਼ਨਸ ਕਿੱਥੋਂ ਬਣਾਉਣਗੇ
ਵੀ ਉਹ ਕਿਵੇਂ ਚਾਰਜ ਕਰਨਗੇ ਟਰੱਕਸ ਨੂੰ, ਵੀ ਇਹ ਬਹੁਤ ਵੱਡਾ ਮਸਲਾ। ਤੇ ਜਿਹੜੀਆਂ ਹਵਾ ਦੇ ਵਿੱਚ ਸਟੇਟਮੈਂਟਾਂ ਦੇ ਜਾਂਦੇ ਨੇ ਲੀਡਰ ਵੀ ਬਹੁਤ ਅਸੀਂ ਆਹ ਕਰ ਦਾਂਗੇ ਜੀ, ਉਹ ਕਰ ਦਾਂਗੇ, ਵੀ ਫੋਕੀਆਂ ਜਿਹੜੀਆਂ ਸਟੇਟਮੈਂਟਾਂ ਉਹ ਜ਼ਿਆਦਾ ਨਜ਼ਰ ਆਉਂਦੀਆਂ। ਆਮ ਤੌਰ ਤੇ ਇਸੇ ਲਈ ਉਹ ਬਾਰ-ਬਾਰ ਗੱਲ ਕਰ ਰਹੇ ਨੇ ਵੀ ਟੈਕਸ ਲਗਾਇਆ ਜਾਵੇ, ਕਾਰਬਨ ਟੈਕਸ ਦੀ ਗੱਲਬਾਤ ਹੋ ਰਹੀ ਹੈ, ਜਿੱਥੇ ਮਿਸਟਰ ਪੀਅਰ ਪੌਲ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਜਦੋਂ ਵੀ ਅਸੀਂ ਆਉਂਦੇ ਆ, ਜੇ ਸਾਡੀ ਸਰਕਾਰ ਆਉਂਦੀ ਆ, ਆਉਣ ਸਾਰ ਸਭ ਤੋਂ ਪਹਿਲੀ ਚੀਜ਼ ਅਸੀਂ ਕਾਰਬਨ ਟੈਕਸ ਹਟਾਵਾਂਗੇ। ਸੋ ਇਹ ਮਤਲਬ ਬਿਲਕੁਲ ਹੀ ਕੰਟਰਾਡਿਕਟ ਇੱਕ ਦੂਜੇ ਤੋਂ ਸਟੇਟਮੈਂਟ ਦੇ ਰਿਹਾ ਕਿ ਕੀ ਇਟ ਮੀਨਸ ਕਿ ਕੰਜ਼ਰਵੇਟਿਵਸ ਜਿਹੜੇ ਨੇ ਉਹ এনवायरमेंट ਨੂੰ ਲੈ ਕੇ ਉਸ ਚੀਜ਼ ਦੇ ਹੱਕ ਵਿੱਚ ਨਹੀਂ ਹੈਗੇ, ਜਾਂ ਕਲਾਈਮੇਟ ਨੂੰ ਲੈ ਕੇ ਉਸ ਚੀਜ਼ ਨੂੰ ਘਟਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੈਗੇ ਜੇ ਕਾਰਬਨ ਟੈਕਸ ਨੂੰ ਮਾਫ ਕਰਨ ਦੀ ਗੱਲ ਕਰਦੇ ਨੇ, ਜਾਂ ਫਿਰ ਜਿਹੜੇ ਟਰੂਡੋ ਪਾਰਟੀ ਦੀ ਗੱਲ ਕੀਤੀ ਜਾਵੇ, ਲਿਬਰਲ ਪਾਰਟੀ ਦੀ ਗੱਲ ਕੀਤੀ ਜਾਵੇ, ਜਾਂ ਇਹੀ ਜ਼ਿਆਦਾ ਕੰਸਰਨਡ ਹੈਗੇ এনवायरमेंट ਨੂੰ ਲੈ ਕੇ। ਦੇਖੋ এনवायरमेंट ਜਿਹੜਾ ਚੀਜ਼ ਹੈ ਬੜਾ ਵੱਡਾ ਇਸ਼ੂ ਆ। ਜੇ ਆਪਾਂ ਦੋਨਾਂ ਪਾਰਟੀਆਂ ਦੀ ਗੱਲ ਕਰ ਲਈਏ ਵੀ ਇਹ ਉਹ ਕੰਜ਼ਰਵੇਟਿਵਸ ਕਹਿ ਰਹੇ ਨੇ ਵੀ ਟੈਕਸਿੰਗ ਕੈਨੇਡੀਅਨ ਵੀ ਵਿਲ ਨਾਟ ਹੈਲਪ, ਵੀ ਜੇ ਤੁਸੀਂ ਕੈਨੇਡੀਅਨਸ ਨੂੰ ਅੰਨ੍ਹੇਵਾਹ ਟੈਕਸ ਕਰੀ ਜਾਓਗੇ। ਜੇ ਆਪਾਂ ਗੈਸ ਦੀ ਗੱਲ ਕਰ ਲਈਏ 14 ਸੈਂਟ ਆ ਜਿਹੜਾ ਪੈਟਰੋਲ ਦੇ ਉੱਤੇ, ਗੈਸ ਦੇ ਉੱਤੇ ਸਾਨੂੰ ਕਾਰਬਨ ਟੈਕਸ ਲੱਗਦਾ, 17 ਸੈਂਟ ਡੀਜ਼ਲ ਦੇ ਉੱਤੇ ਲੱਗਦਾ, ਵੀ ਇਹ ਇਸ ਚੀਜ਼ ਦਾ ਇਹਦਾ ਕੋਈ ਵੀ ਫਰਕ ਜਿਹੜਾ ਨਜ਼ਰ ਨਹੀਂ ਆ ਰਿਹਾ, ਇਹਦੇ ਰਿਜ਼ਲਟ ਸਾਹਮਣੇ ਨਹੀਂ ਆ ਰਹੇ। ਹਾਂ ਵੀ ਇੱਕ ਜਿਹੜਾ ਸਰਕਾਰ ਆ ਉਹਨਾਂ ਲਈ ਰੈਵਨਿਊ ਜਨਰੇਟਿੰਗ ਸਕੀਮ ਬਣ ਚੁੱਕੀ ਆ ਵੀ ਮਿਲੀਅਨਸ ਆਫ ਡਾਲਰ ਉਹਨਾਂ ਨੂੰ ਆਏ ਮਹੀਨੇ ਇਕੱਠੇ ਹੋ ਜਾਂਦੇ ਨੇ ਜਿਹੜਾ ਕਾਰਬਨ ਟੈਕਸ ਦੇ ਵਿੱਚੋਂ, ਵੀ ਇੱਕ ਇਨਕਮ ਸੋਰਸ ਉਹਨਾਂ ਨੇ ਵਧੀਆ ਲੱਭ ਲਿਆ। ਪਰ ਇਹ ਕੈਨੇਡੀਅਨਸ ਨੂੰ ਹੈਲਪ ਨਹੀਂ ਕਰ ਰਿਹਾ। ਹਰੇਕ ਚੀਜ਼ ਬਹੁਤ ਮਹਿੰਗੀ ਹੋ ਰਹੀ ਹੈ ਇਸ ਕਾਰਬਨ ਟੈਕਸ ਦੇ ਨਾਲ। ਜਿਹੜਾ ਉਹ ਕੰਜ਼ਰਵੇਟਿਵਸ ਤੁਸੀਂ ਪੀਅਰ ਪੌਲਵੇਰ ਉਹਨਾਂ ਦੀ ਗੱਲ ਕੀਤੀ, ਉਹਦੀਆਂ ਸਟੇਟਮੈਂਟ ਅਕਸਰ ਦਿੰਦੇ ਰਹਿੰਦੇ ਨੇ ਵੀ ਕੋਈ ਵੀ ਕਾਮਨ ਸੈਂਸ ਵਾਲਾ ਬੰਦਾ ਇਸ ਚੀਜ਼ ਨੂੰ ਗਲਤ ਸਾਬਤ ਕਰ ਸਕਦਾ, ਵੀ ਇਸ ਨੂੰ ਤੁਸੀਂ ਸਹੀ ਸਾਬਤ ਕਰ ਹੀ ਨਹੀਂ ਸਕਦੇ। ਵੀ ਕਿਵੇਂ ਤੁਸੀਂ ਵਾਜਬ ਸਮਝਦੇ ਹੋ ਵੀ ਸਾਡਾ ਇਕਨੋਮਿਕ ਕ੍ਰਾਈਸਿਸ ਚੱਲ ਰਹੇ ਨੇ, ਅਸੀਂ ਟੈਕਸ ਵਧਾਈ ਜਾ ਰਹੇ ਹਾਂ, ਉਹਦੇ ਨਾਲ ਗਰੋਸਰੀ ਵੀ ਮਹਿੰਗੀ ਹੋ ਰਹੀ ਆ, ਅੱਗੇ ਵਿੰਟਰ ਆ ਰਿਹਾ, ਵਿੰਟਰਸ ਦੇ ਵਿੱਚ ਅਸੀਂ ਘਰਾਂ ਨੂੰ ਹੀਟ ਅਪ ਕਰਨਾ ਨੈਚੁਰਲ ਗੈਸ ਦੇ ਨਾਲ, ਕੋਈ ਪ੍ਰੋਪੇਨ ਨਾ ਕਰਦਾ। ਕਿਤੇ ਨਾ ਜਿਹੜੇ ਕਈ ਸੂਬੇ ਨੇ ਸਸਕੈਚੁਅਨ ਦੇ ਵਿੱਚ ਜਾਂ ਹੈਲੀਫੈਕਸ ਆਪਾਂ ਲਾ ਲਈਏ, ਕਈਆਂ ਸੂਬਿਆਂ ਦੇ ਵਿੱਚ ਹੱਲੇ ਵੀ ਜਿਹੜੇ ਗੈਸ ਦੇ ਨਾਲ ਹੀਟਰਸ ਨੇ ਉਹ ਵੀ ਹੈਗੇ ਨੇ, ਟ੍ਰੈਡੀਸ਼ਨਲ ਮੈਥਡ ਯੂਜ਼ ਕੀਤਾ ਜਾਂਦਾ, ਉਹ ਹੱਲੇ ਵੀ ਹੈਗੇ ਨੇ। ਵੀ ਉਹਨਾਂ ਨੂੰ ਕਿੰਨੀ ਕਾਸਟ ਪਵੇਗੀ? ਲਗਭਗ ਜੇ ਆਪਾਂ ਐਵਰੇਜ ਕਾਸਟ ਕੱਢੀਏ $200 ਤੱਕ ਤੁਹਾਨੂੰ ਵੱਧ ਬਿੱਲ ਦੇਖਣ ਨੂੰ ਮਿਲ ਸਕਦੇ ਆ। ਵੀ ਇਸ ਚੀਜ਼ ਦਾ ਹੱਲ ਨਹੀਂ ਨਜ਼ਰ ਆ ਰਿਹਾ। এনवायरमेंटਲੀ ਸਾਨੂੰ ਕੋਈ ਵੱਖਰੇ ਹੱਲ ਲੱਭਣ ਦੀ ਲੋੜ ਆ। ਤੁਸੀਂ ਜਿਵੇਂ ਗੱਲ ਕੀਤੀ ਆ, ਇਹਨਾਂ ਨੂੰ ਰਿਪਲੇਸਮੈਂਟ ਹੀ ਨਹੀਂ ਮਿਲ ਪਾ ਰਹੀ ਹੈਗੀ। ਇਨਸਾਨ ਇੱਕ ਇਹੋ ਜਿਹਾ ਪਰਸਨ ਆ ਜਿਹਨੇ ਕਿ ਧਰਤੀ ਨੂੰ ਵੀ ਤੇ ਪਾਣੀ ਨੂੰ ਵੀ ਵਿਸ਼ਾਲਾ ਕਰ ਦਿੱਤਾ ਆ। ਹੁਣ ਅਸੀਂ ਇਸ ਚੀਜ਼ ਦੀ ਹੱਥ ਪੈਰ ਮਾਰੇ ਆ। ਹਾਲਾਂਕਿ ਸਾਰੇ ਮੁਲਕ ਮਿਲ ਕੇ ਇਸ ਚੀਜ਼ ਦੀ ਗੱਲ ਕਰ ਰਹੇ ਆ। G20 ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਵੀ ਇਹੀ ਗੱਲ ਕਰ ਰਹੇ ਨੇ ਕਿ ਇਸ ਵਾਰੀ ਜ਼ਿਆਦਾਤਰ ਜਿਹੜਾ ਫੋਕਸ ਹੋਏਗਾ ਦੇਸ਼ਾਂ ਦਾ ਇਹਨਾਂ ਚੀਜ਼ਾਂ ਤੇ ਹੀ ਹੋਏਗਾ। ਜਿਹੜਾ ਕਲਾਈਮੇਟ ਚੇਂਜ ਹੋ ਰਿਹਾ, એનર્ਜੀ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ, ਚਾਹੇ ਜੈਂਡਰ ਇਕੁਐਲਿਟੀ ਦੀ ਗੱਲ ਕਰੀਏ, ਮਤਲਬ ਕਿ ਮੇਨ ਕਿਤੇ ਨਾ ਕਿਤੇ ਕਲਾਈਮੇਟ ਚੇਂਜ ਜਿਹੜਾ ਆ G20 ਵਰਗੇ ਮੁਲਕਾਂ ਦੇ ਵਿੱਚ ਵੀ ਇੱਕ ਵਿਸ਼ਾ ਬਣ ਚੁੱਕਿਆ ਕਿ ਜਿਹਦੇ ਉੱਤੇ ਮੇਨ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਜੇ ਕਲਾਈਮੇਟ ਚੇਂਜ ਨੂੰ ਆਪਾਂ ਦੁਨੀਆ ਦਾ ਸਭ ਤੋਂ ਵੱਡਾ ਮੁੱਦਾ ਕਹਿ ਦਈਏ ਇਸ ਅੱਜ ਦੀ ਤਰੀਕ ਦੇ ਵਿੱਚ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਤੁਸੀਂ ਫੋਸਲ ਫਿਊਲਸ ਦੀ ਗੱਲ ਕੀਤੀ ਆ, ਫੋਸਲ ਫਿਊਲ ਹਾਂ ਅਸੀਂ ਮੰਨਦੇ ਆ ਵੀ ਸਾਡੇ ਲਈ ਬਹੁਤ ਜ਼ਰੂਰੀ ਨੇ। ਅਸੀਂ ਓਵਰ ਐਕਸਪਲੋਇਟ ਨਹੀਂ ਕਰਨਾ ਚਾਹੁੰਦੇ ਉਹਨਾਂ ਰਿਸੋਰਸਿਸ ਨੂੰ। ਸਾਂਭਣ ਦੀ ਲੋੜ ਆ, ਸਾਡੀਆਂ ਅਗਲੀਆਂ ਪੀੜ੍ਹੀਆਂ ਵੀ ਆਉਣ ਵਾਲੀਆਂ ਉਸ ਚੀਜ਼ ਨੂੰ ਵਰਤਣਗੀਆਂ। ਪਾਣੀ ਨੂੰ ਗੰਦਲਾ ਕਰਤਾ, ਪਾਣੀ ਤੇ ਧਰਤ ਨੂੰ ਸਾਂਭ ਕੇ ਰੱਖਣਾ ਚਾਹੀਦਾ। ਫਿਰ ਆਪਾਂ G20 ਦੀ ਮੀਟਿੰਗ ਦੇ ਉੱਤੇ ਆ ਜਾਂਦੇ ਆ ਵੀ ਕਲਾਈਮੇਟ ਚੇਂਜ ਨੂੰ ਏਜੰਡਾ ਰੱਖਿਆ ਗਿਆ। ਹੁਣ ਤੁਸੀਂ ਦੇਖੋ ਵੀ ਲਗਭਗ 300 ਮਿਲੀਅਨ ਲੋਕੀ ਇੰਡੀਆ ਦੇ ਵਿੱਚ ਡੇਲੀ ਆਪਣੇ ਘਰਾਂ ਦੇ ਵਿੱਚ ਚੁੱਲ੍ਹਾ ਬਾਲਦੇ ਆ। ਕੀ ਗੱਲ ਉਹਦੇ ਨਾਲ ਪੋਲਿਊਸ਼ਨ ਨਹੀਂ ਹੁੰਦਾ? ਪਾਕਿਸਤਾਨ ਦੇ ਵਿੱਚ ਬਾਲਦੇ ਆ, ਬੰਗਲਾਦੇਸ਼ ਦੇ ਵਿੱਚ ਉਹਨੂੰ ਐਜ਼ ਅ ਰੀਸੋਰਸ ਵਰਤਦੇ ਆ। ਆਪਣੇ ਘਰਾਂ ਨੂੰ ਗਰਮ ਕਰਨ ਵਾਸਤੇ ਵੀ ਕੋਲੇ ਦੀ ਵਰਤੋਂ ਬਹੁਤ ਹੁੰਦੀ ਆ। ਆਪਣੇ ਹਲਵਾਈਆਂ ਦੀਆਂ ਦੁਕਾਨਾਂ ਤੁਸੀਂ ਅਕਸਰ ਦੇਖ ਲਓ, ਭੱਠੀਆਂ ਕੋਲੇ ਦੇ ਉੱਤੇ ਚੱਲਦੀਆਂ, ਕਿੰਨਾ ਪੋਲਿਊਸ਼ਨ ਹੁੰਦਾ ਉਸ ਚੀਜ਼ ਦੇ ਨਾਲ। ਉਹ ਇੰਡੀਆ ਦੀ ਸਰਕਾਰ ਸਮੇਂ-ਸਮੇਂ ਸਿਰ ਕੋਸ਼ਿਸ਼ਾਂ ਕਰਦੀ ਰਹੀ ਆ ਵੀ ਉਹ ਜਿਹੜੀ ਚੀਜ਼ ਨੂੰ ਸਵਿਚ ਕਰਕੇ ਨੈਚੁਰਲ ਗੈਸ ਤੇ ਲਿਆਂਦਾ ਜਾਏ, ਕਿਤੋਂ ਸਾਨੂੰ ਸਸਤੀ ਨੈਚੁਰਲ ਗੈਸ ਖਰੀਦਣ ਨੂੰ ਮਿਲੇ। ਰਸ਼ੀਆ ਤੋਂ ਬਹੁਤ ਸਾਰੀ ਪਰਚੇਜ਼ ਕਰ ਰਿਹਾ ਇੰਡੀਆ। ਤੇ ਹੁਣ ਜਸਟਿਨ ਟਰੂਡੋ ਨੇ ਵੀ ਕਿਹਾ ਵੀ ਅਸੀਂ ਗੱਲਬਾਤ ਕਰਾਂਗੇ ਇਸ ਚੀਜ਼ ਦੇ ਉੱਤੇ ਵੀ G20 ਦੇ ਮੈਂਬਰ ਨੇ, G7 ਦੇ ਮੈਂਬਰ ਨੇ ਉਹ। ਕੈਨੇਡਾ ਤੋਂ ਨੈਚੁਰਲ ਗੈਸ ਦੇ ਭੰਡਾਰ ਨੇ, ਤੇਲਾਂ ਦੇ ਭੰਡਾਰ ਨੇ, ਅਸੀਂ ਸੋਨੇ ਦੀ ਖਦਾਨ ਉੱਤੇ ਬੈਠੇ ਹੋਏ ਆ ਵੀ ਸਾਡੀ ਸਰਕਾਰ ਇਹਨਾਂ ਚੀਜ਼ਾਂ ਦੀ ਮਾਈਨਿੰਗ ਕਿਉਂ ਨਹੀਂ ਸ਼ੁਰੂ ਕਰਦੀ? ਨੈਚੁਰਲ ਗੈਸ ਕਿਉਂ ਨਹੀਂ ਕੱਢੀ ਜਾਂਦੀ? ਵੀ ਇਹਨਾਂ ਚੀਜ਼ਾਂ ਦੇ ਇਹਨਾਂ ਲੀਡਰਾਂ ਤੋਂ ਜਵਾਬ ਕਿਉਂ ਕੌਣ ਮੰਗੂਗਾ? ਹਾਂ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਐਮਿਸ਼ਨ ਦੀ ਕੇਅਰ ਕਰਦੇ ਹਾਂ, ਪੋਲਿਊਸ਼ਨ ਦੀ ਕੇਅਰ ਕਰਦੇ ਹਾਂ, ਵੀ ਪੋਲਿਊਸ਼ਨ ਤਾਂ ਸਾਰੀ ਦੁਨੀਆ ਤੇ ਹੋ ਰਿਹਾ। ਬਿਲਕੁਲ। ਵੀ ਜੇ ਕੈਨੇਡਾ ਦੇ ਵਿੱਚ ਨਹੀਂ ਹੋ ਰਿਹਾ ਤਾਂ ਮਤਲਬ ਇਹ ਥੋੜੀ ਆ ਵੀ ਇੰਡੀਆ ਜਾਂ ਚਾਈਨਾ ਦੇ ਵਿੱਚ ਜਾਂ ਅਫਰੀਕਾ ਦੇ ਵਿੱਚ ਬੰਦ ਹੋ ਗਿਆ। ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਵੀ ਤੁਹਾਡੇ ਨਾਲ ਡਿਸਕਸ਼ਨ ਕਰ ਰਹੀ ਸੀ ਕਿ ਜਿਸ ਟਾਈਮ ਮਿਸਟਰ ਟਰੰਪ ਪ੍ਰੈਜ਼ੀਡੈਂਟ ਸੀਗੇ US ਦੇ, ਉਸ ਟਾਈਮ ਦੇ ਵਿੱਚ ਉਹਨਾਂ ਨੇ ਫੰਡਿੰਗ ਦੇਣ ਤੋਂ ਮਨਾ ਕਰ ਦਿੱਤਾ ਸੀ। ਆਪਦੇ ਪੈਰ ਪਿੱਛੇ ਖਿੱਚੇ। ਉਹਨਾਂ ਨੇ ਇਹ ਕਿਹਾ ਸੀ, ਕਹਿੰਦੇ ਕਿ US ਦੇ ਨਾਲੋਂ ਕਿਤੇ ਜ਼ਿਆਦਾ ਚਾਈਨਾ ਤੇ ਇੰਡੀਆ ਇਸ ਚੀਜ਼ ਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ ਤੇ ਉਹ ਇਸ ਚੀਜ਼ ਨੂੰ ਘਟਾਉਣ ਲਈ ਕੀ ਐਫਰਟ ਕਰ ਰਹੇ ਨੇ, ਜਾਂ ਫੰਡਿੰਗ ਉਹਨਾਂ ਵੱਲੋਂ ਜ਼ਿਆਦਾ ਹੋਣੀ ਚਾਹੀਦੀ ਆ। ਸੋ ਇਹ ਨਹੀਂ ਕਿ ਇੱਕ ਮੁਲਕ ਆਪਣੀ ਵਾਹ ਲਗਾ ਰਿਹਾ ਤੇ ਬਾਕੀ ਮੁਲਕ ਤੁਸੀਂ ਉਸੇ ਤਰੀਕੇ ਦੇ ਨਾਲ ਹੱਥ ਤੇ ਹੱਥ ਧਰ ਕੇ ਬੈਠੇ ਰਹੋ, ਜਾਂ ਇਹ
ਸੋਚੋ ਕਿ ਵੀ ਸਾਡਾ ਟਾਰਗੇਟ ਅਜੇ ਬਹੁਤ ਦੂਰ ਪਿਆ ਵਾ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਕੋਸ਼ਿਸ਼ਾਂ ਹਜੇ ਕਰ ਸਕਦੇ ਹਾਂ, ਇੱਕ ਦੇਸ਼ ਦੇ ਨਾਲ ਇਹ ਅਚੀਵ ਨਹੀਂ ਹੋਣ ਲੱਗਿਆ, ਕਦੇ ਵੀ ਨਹੀਂ ਹੋਣ ਲੱਗਾ। ਤੁਸੀਂ ਦੇਖੋ ਹੁਣ ਤੁਸੀਂ ਜੇ ਆਪਾਂ এনवायरमेंट ਚੇਂਜ ਦੀ ਗੱਲ ਕਰ ਲਈ, ਟਰੰਪ ਉਹਨਾਂ ਦੀ ਸਟੇਟਮੈਂਟ ਤੇ ਆਪਾਂ ਦੁਬਾਰਾ ਆਉਂਦੇ ਆ। ਹੁਣ ਜਿਵੇਂ ਜਾਪਾਨ ਵਾਸਤੇ ਬਹੁਤ ਵੱਡਾ ਮਸਲਾ ਬਣਿਆ ਹੋਇਆ ਸੀ, ਉਹਨੇ ਜਿਹੜਾ ਐਟੋਮਿਕ ਵਾਟਰ ਸੀਗਾ ਆਪਣਾ ਉਹਨੂੰ ਟਰੀਟ ਕਰਕੇ ਸਮੁੰਦਰ ਦੇ ਵਿੱਚ ਵਾਪਸ ਛੱਡਿਆ। ਰਿਟੈਲੀਏਸ਼ਨ ਕਾਫੀ ਉਹਨਾਂ ਦੀ ਆਪਦੀ ਪਬਲਿਕ ਵੱਲੋਂ ਵੀ ਤੇ ਚਾਈਨਾ ਵੱਲੋਂ ਵੀ ਉਹਨਾਂ ਨੂੰ ਜਿਹੜਾ ਫੇਸ ਕਰਨੀ ਪਈ ਆ। ਫਿਰ ਆਪਾਂ ਇਲੈਕਟ੍ਰੀਕਲ ਜਿਹੜੀਆਂ ਗੱਡੀਆਂ ਨੇ, ਆਪਾਂ ਇਹਨਾਂ ਦੇ ਮਸਲੇ ਦੇ ਉੱਤੇ ਆ ਜਾਈਏ ਵੀ ਇਹਨਾਂ ਦੀ ਮਾਈਨਿੰਗ, ਕਿਉਂਕਿ ਇੱਕ ਨਾ ਸਾਡੇ ਲੋਕਾਂ ਦੇ ਵਿੱਚ ਭਰਮ ਪੈਦਾ ਕਰਤਾ ਇਹਨਾਂ ਨੇ ਵੀ ਇਲੈਕਟ੍ਰੀਕਲ ਗੱਡੀਆਂ ਬਹੁਤ ਚੰਗੀਆਂ ਨੇ, ਇਹਦੇ ਨਾਲ ਕੋਈ ਪੋਲਿਊਸ਼ਨ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਲੈਕਟ੍ਰੀਕਲ ਬੈਟਰੀਆਂ ਡੰਪ ਕਿੱਥੇ ਕਰ ਰਹੀਆਂ ਨੇ। ਫਿਰ ਮੈਂ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਵੀ ਇਲੈਕਟ੍ਰੀਕਲ ਬੈਟਰੀ ਬਣਦੀ ਕਿਵੇਂ, ਆਪਾਂ ਉਹਨਾਂ ਨਾਲ ਜਿਹੜੀ ਸੰਖੇਪ ਦੇ ਵਿੱਚ ਇੱਕ ਛੋਟੀ ਜਿਹੀ ਸਾਂਝ ਜ਼ਰੂਰ ਪਾਉਣੀ ਚਾਹੂੰਗਾ। ਜੀ ਬਿਲਕੁਲ। ਤੁਸੀਂ ਦੇਖੋ ਵੀ ਦੋ ਮੇਨ ਕੰਪੋਨੈਂਟ ਹੁੰਦੇ ਨੇ, ਇੱਕ ਲਿਥੀਅਮ ਹੋ ਗਿਆ, ਕੋਬਾਲਟ ਹੋ ਗਿਆ। ਕੋਬਾਲਟ ਦਾ ਕੰਮ ਇਹ ਆ ਵੀ ਸਾਰੀਆਂ ਕੰਪਨੀਆਂ ਜਿੰਨੀਆਂ ਵੀ ਹੈਗੀਆਂ ਨੇ ਕੋਬਾਲਟ ਦੇ ਪਿੱਛੇ ਪਈਆਂ ਹੋਈਆਂ ਨੇ ਵੀ ਕੋਬਾਲਟ ਇਹੋ ਜਿਹਾ ਧਾਤੂ ਆ ਵਾ ਵੀ ਜਿਹਨੇ ਬੈਟਰੀ ਨੂੰ ਲੰਬਾ ਚੱਲਦਾ ਰੱਖਣਾ, ਰੇਂਜ ਵਧਾਉਣੀ ਆ। ਹੁਣ ਇਹਦੀ ਗੱਡੀ ਟੈਸਲਾ ਆ ਗਈ ਵੀ 400 ਕਿਲੋਮੀਟਰ ਚੱਲੂਗੀ, ਹੁੰਡਾਈ ਨੇ ਕਰਤਾ ਵੀ ਸਾਡੀ 450 ਚੱਲੂਗੀ, ਵੀ ਉਹਨੂੰ ਕਿਸ ਚੀਜ਼ ਨੇ ਕੰਟਰੋਲ ਕਰਨਾ, ਕੋਬਾਲਟ ਨੇ, ਵੀ ਉਹ ਠੰਡਾ ਰੱਖਣਾ ਬੈਟਰੀ ਨੂੰ ਤੇ ਲੰਬੇ ਸਮੇਂ ਤੱਕ ਦੂਰ ਤੱਕ ਲੈ ਕੇ ਜਾਣਾ, ਉਸ ਚੀਜ਼ ਦੀ ਰੇਂਜ ਵਧਾਉਂਦੀ ਆ। ਕੋਬਾਲਟ ਮਾਈਨ ਕਿੱਥੇ ਹੁੰਦਾ? ਅਫਰੀਕਾ ਦੇ ਵਿੱਚ। ਅਫਰੀਕਾ ਦੇ ਵਿੱਚ ਕਿਹੜੇ ਦੇਸ਼ ਦੇ ਵਿੱਚ ਹੁੰਦਾ? ਕੋਂਗੋ ਰਿਪਬਲਿਕ ਦੇ ਵਿੱਚ, ਉੱਥੋਂ ਕੋਬਾਲਟ ਨਿਕਲਦਾ। ਉਹਦੇ ਵਿੱਚ ਟੋਟਲ 23 ਫੈਕਟਰੀਆਂ, 23 ਫੈਕਟਰੀਆਂ ਦੇ ਵਿੱਚੋਂ 19 ਫੈਕਟਰੀਆਂ ਚਾਈਨਾ ਓਨ ਕਰ ਰਿਹਾ। ਉਹਨਾਂ ਦੀ ਜਿਹੜੀਆਂ ਮਾਈਨਿੰਗ ਕੰਡੀਸ਼ਨਸ ਦਾ ਬਹੁਤ ਜ਼ਿਆਦਾ ਬੇਕਾਰ ਆ, ਬੱਤਰ ਆ। 14 ਸਾਲ ਦੇ ਬੱਚੇ, 11 ਸਾਲ ਦੇ ਬੱਚੇ, ਚਾਈਲਡ ਲੇਬਰ ਉੱਥੇ ਕੀਤੀ ਜਾਂਦੀ ਆ। ਵਰਕਿੰਗ ਕੰਡੀਸ਼ਨਸ ਬਹੁਤ ਜ਼ਿਆਦਾ ਭੈੜੀਆਂ ਨੇ ਤੇ ਜਿੰਨਾ ਪੋਲਿਊਸ਼ਨ ਉੱਥੇ ਕ੍ਰੀਏਟ ਹੋ ਰਿਹਾ ਕਿਤੇ ਵੀ ਨਹੀਂ ਕ੍ਰੀਏਟ ਹੋ ਰਿਹਾ। ਵੀ ਗੱਲ ਹੈ ਜਿਹੜੀਆਂ ਵੈਸਟਰਨ ਕੰਟਰੀਆਂ ਨੇ, ਇਹਨਾਂ ਨੇ ਆਪਦੀ ਪ੍ਰੋਬਲਮ ਸੋਲਵ ਕਰਨ ਨੂੰ ਇਲੈਕਟ੍ਰੀਕਲ ਕਾਰ ਤਾਂ ਬਣਾ ਲਈ ਵੀ ਸਾਡੇ ਦੇਸ਼ 'ਚ ਪੋਲਿਊਸ਼ਨ ਨਹੀਂ ਹੋਇਆ, ਵੀ ਅਫਰੀਕਾ ਦੇ ਵਿੱਚ ਹੋ ਜੇ। ਕੀ ਗੱਲ ਅਫਰੀਕਾ ਇਸ ਧਰਤੀ ਦਾ ਹਿੱਸਾ ਨਹੀਂ ਹੈਗਾ? ਫਿਰ ਸਪਲਾਈ ਚੇਨ ਦੀ ਗੱਲ ਆ ਜਾਂਦੀ ਆ। ਵੈਸਟ ਸਮੇਂ ਸਿਰ ਯੂਐਸ ਦੇ ਵਿੱਚੋਂ ਵੀ ਸਟੇਟਮੈਂਟਾਂ ਵੀ ਅਸੀਂ ਚਾਈਨਾ ਦੇ ਬਹੁਤ ਇੰਡੀਪੈਂਡੈਂਟ ਆ, ਸਪਲਾਈ ਚੇਨ ਅਸੀਂ ਬ੍ਰੇਕ ਕਰਨੀ ਆ, ਦੂਜੀਆਂ ਕੰਟਰੀਆਂ ਨੂੰ ਬਿਜ਼ਨਸ ਦੇ ਰਹੇ ਆ। ਵੀ ਉਹਨਾਂ ਦੀਆਂ ਫੈਕਟਰੀਆਂ ਜਾਂਚ ਤਾਂ ਕਰਨ ਵੀ ਇਹਨਾਂ ਦੀਆਂ ਏਜੰਸੀਆਂ ਨੂੰ ਕਿਹੜਾ ਪਤਾ ਨਹੀਂ ਵੀ ਕੌਣ ਓਨ ਕਰਦਾ, ਕੌਣ ਕਰ ਰਿਹਾ। ਕਿ ਜਿੰਨੀ ਸਪਲਾਈ ਚੇਨ ਆ ਸਾਰੀ ਫੇਕ ਚਾਈਨਾ ਦੇ ਹੱਥ ਦੇ ਵਿੱਚ ਆ। ਵੀ ਇਹ ਇਲੈਕਟ੍ਰੀਕਲ ਕਾਰਾਂ ਦਾ ਮਸਲਾ ਬਹੁਤ ਡੂੰਘਾ ਤੇ ਇਸ ਨਾਲ ਜਿਹੜੇ ਸਾਡਾ ਪਲੈਨਟ ਆ ਉਸ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਨੁਕਸਾਨ ਇਹ ਫਿਊਲ ਦੇ ਬਰਾਬਰ ਹੀ ਹੋ ਰਿਹਾ। ਉਹੀ ਮੈਂ ਗੱਲ ਕਰ ਰਹੀ ਸੀ, ਜਦੋਂ ਕਿਸੇ ਚੀਜ਼ ਨੂੰ ਲੈ ਕੇ ਮੋਨੋਪੋਲੀ ਵੱਧ ਜਾਂਦੀ ਹੈ ਤਾਂ ਉਸ ਨੂੰ ਆਪਣੇ ਤਰੀਕੇ ਨਾਲ ਯੂਜ਼ ਕਰਨ ਦੀ ਕੋਸ਼ਿਸ਼ ਕਰਦਾ। ਅੱਜ ਹੀ ਮੈਂ ਨਿਊਜ਼ ਪੜ੍ਹ ਰਹੀ ਸੀ, ਜਦੋਂ ਦਾ ਇੰਡੀਆ ਨੇ ਕਿਹਾ ਕਿ ਰਾਈਸ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਤੋਂ ਲੈ ਕੇ ਇਹਨਾਂ ਮੁਲਕਾਂ 'ਚ ਰਾਈਸ ਦੀ ਵੈਲਿਊ ਜਿਹੜੀ ਪ੍ਰਾਈਸ ਵਧਣੀ ਸ਼ੁਰੂ ਹੋ ਚੁੱਕੀ ਹੈ। ਸੋ ਤੁਸੀਂ ਕਾਰਬਨ ਟੈਕਸ ਦੀ, ਮੈਨੂੰ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਕਾਰਬਨ ਟੈਕਸ ਜਿਹੜਾ ਆ ਉਹ ਕੈਨੇਡੀਅਨਸ ਤੋਂ ਵਸੂਲਿਆ ਜਾ ਰਿਹਾ ਵਾ, ਜਿਹਦੇ ਨਾਲ ਤੁਹਾਡੀ ਜੇਬ ਦੇ ਉੱਤੇ ਕਿੰਨਾ ਬੋਝ ਪੈ ਰਿਹਾ ਪਰ ਪਰਸਨ ਕਾਰਬਨ ਟੈਕਸ ਜੇ ਅਸੀਂ ਅਦਾ ਕਰ ਰਹੇ ਹਾਂ ਤਾਂ। ਦੇਖੋ ਜਦੋਂ ਆਪਾਂ ਕਾਰਬਨ ਟੈਕਸ ਦੀ ਗੱਲ ਕਰ ਲਈਏ, ਸਭ ਤੋਂ ਪਹਿਲਾਂ ਜਿਹੜਾ ਕਾਰਬਨ ਟੈਕਸ ਆ 2-3 ਤਰੀਕਿਆਂ ਦੇ ਨਾਲ ਆਪਾਂ ਸਰਕਾਰ ਨੂੰ ਪੇ ਕਰਦੇ ਹਾਂ। ਜਿਹੜਾ ਸਭ ਤੋਂ ਪਹਿਲਾਂ ਸਾਡੀ ਗੈਸ ਦੇ ਉੱਤੇ ਜਿਹੜਾ ਕਾਰਬਨ ਟੈਕਸ ਲੱਗਦਾ, ਵੀ ਜਿਹੜਾ ਆਪਾਂ ਗੈਸ ਦੇ ਉੱਪਰ ਆਪਾਂ ਜਿਹੜਾ ਫਿਊਲ ਦੇ ਉੱਤੇ ਹੈਗਾ 14 ਸੈਂਟ ਦਿੰਦੇ ਆ ਪ੍ਰਤੀ ਲੀਟਰ ਦੇ ਹਿਸਾਬ ਨਾਲ, ਡੀਜ਼ਲ ਦੇ ਉੱਤੇ ਆਪਾਂ 17 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੰਦੇ ਆ ਜੀ। ਫਿਰ ਆ ਗਿਆ ਪ੍ਰੋਪੇਨ ਦੇ ਉੱਤੇ ਕਾਰਬਨ ਟੈਕਸ ਲੱਗਦਾ। ਹੁਣ ਜਿਹੜੀ ਪ੍ਰੋਪੇਨ ਆਪਾਂ ਘਰਾਂ ਦੇ ਵਿੱਚ ਘਰ ਹੀਟ ਕਰਨ ਨੂੰ ਐਜ਼ ਅ ਕੁਕਿੰਗ ਸਟੋਵ ਵੀ ਕਈ ਯੂਜ਼ ਕਰਦੇ ਨੇ। ਫਾਰਮਾਂ ਦੇ ਵਿੱਚ ਆਪਣੇ ਕੋਲ ਪ੍ਰੋਪੇਨ ਦੇ ਟੈਂਕਰ ਹੁੰਦੇ ਨੇ ਜਿੱਥੇ ਗੈਸ ਲਾਈਨ ਸਿਟੀ ਦੀ ਨਹੀਂ ਆਉਂਦੀ, ਤੁਸੀਂ ਉਸ ਦੇ ਰੂਪ ਦੇ ਵਿੱਚ। ਫਿਰ ਜਿਹੜਾ ਹੋਮ ਹੀਟਿੰਗ ਮੈਥਡ ਆ ਗਿਆ ਉਹਦੇ ਵਿੱਚ। ਫਿਰ ਇਨਡਾਇਰੈਕਟਲੀ ਵੇਜ਼ ਆ ਜਾਂਦੀਆਂ ਨੇ ਇਹਦੀਆਂ, ਵੀ ਜਿਹੜੇ ਫਾਰਮਰ ਨੇ ਫਸਲਾਂ ਉਗਾਉਣੀਆਂ ਨੇ, ਖੇਤੀਬਾੜੀ ਕਰਨੀ, ਉਹਨੇ ਪ੍ਰੋਪੇਨ ਵਰਤਣੀ ਹੈਗੀ, ਬੜੇ ਵੱਡੇ ਪੱਧਰ ਤੇ ਵਰਤਣੀ ਆ, ਉਹਨੇ ਫਿਊਲ ਵਰਤਣਾ, ਉਹਨੇ ਟਰੈਕਟਰ ਦੇ ਵਿੱਚ ਤੇਲ ਵੀ ਪਾਉਣਾ। ਫਿਰ ਉਸ ਫਾਰਮ ਤੋਂ ਜਿਹਨੇ ਸਮਾਨ ਚੱਕ ਕੇ ਲਿਆਉਣਾਗਾ ਉਹ ਵੀ ਟਰੈਕਟਰ ਦੇ ਵਿੱਚ ਆਉਣਾ, ਸੈਮੀ ਟਰੱਕ ਦੇ ਵਿੱਚ ਆਉਣਾ ਵਾ, ਉਹਦੀ ਕਾਸਟ ਵਧਣੀ ਆ। ਉਹ ਇਨਡਾਇਰੈਕਟਲੀ ਵੇਜ਼ ਦੇ ਨਾਲ ਆਪਾਂ ਕਾਰਬਨ ਟੈਕਸ ਪੇ ਕਰਦੇ ਆ। ਮੈਂ ਇੱਕ ਫਾਰਮਰ ਨੂੰ ਮਿਲਿਆ ਤਰਨ, ਵੀ ਉਸ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਉਹ ਬੜਾ ਭਾਵੁਕ ਸੀਗਾ। ਉਹ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੀ ਜਿਹੜੀ ਕੈਨੇਡੀਅਨ ਹੋਮ ਗਰੋਨ ਸੋਇਆਬੀਨ ਆ ਉਹ ਸਾਨੂੰ ਮਹਿੰਗੀ ਪੈਂਦੀ ਆ ਅਮਰੀਕਾ ਤੋਂ ਐਕਸਪੋਰਟ ਕਰਨ ਨਾਲੋਂ। ਵੀ ਅਮਰੀਕਾ ਦੇ ਜਿਹੜੇ ਫਾਰਮਰ ਆ ਉਹ ਇੱਕ ਚੀਪਰ ਪ੍ਰਾਈਸ ਤੇ ਕੈਨੇਡਾ ਦੀਆਂ ਕੰਪਨੀਆਂ ਨੂੰ ਵੇਚ ਦਿੰਦੇ ਨੇ ਤੇ ਉਹ ਕੰਪਨੀਆਂ ਇੱਥੇ ਲਿਆ ਕੇ ਸੋਇਆਬੀਨ ਵੇਚਦੀਆਂ ਨੇ, ਉਹ ਸਸਤੀ ਪੈਂਦੀ ਆ ਉਹਨਾਂ ਦੇ ਨੂੰ। ਤੁਸੀਂ ਇੱਕ ਹਿਸਾਬ ਲਾ ਲਓ ਵੀ ਇੱਕ ਨਾਲ ਦੇ ਮੁਲਕ, ਸਾਡੇ ਗੁਆਂਢੀ ਮੁਲਕ ਦੇ ਵਿੱਚ ਫਸਲ ਪੈਦਾ ਹੋਈ ਤੇ ਉਹ ਲੈ ਕੇ ਇੱਥੇ ਆ ਕੇ ਵੇਚੀ ਤੇ ਉਹ ਸਸਤੇ ਬਾਅਦ ਚ ਵੇਚ ਰਹੇ ਨੇ। ਤੇ ਉਹ ਕਹਿੰਦਾ ਵੀ, ਮੈਂ ਕਿਹਾ ਉਹਨੂੰ ਪੁੱਛਿਆ, ਮੈਂ ਕਿਹਾ ਇਹਦਾ ਕਾਰਨ ਕੀ ਆ? ਉਹ ਕਹਿੰਦਾ ਕਾਰਨ ਇਹ ਆ ਵੀ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਅਮਰੀਕਾ ਦੇ ਲੋਕਾਂ ਵਾਸਤੇ ਕੰਮ ਕਰਦੀ ਆ। ਅਮਰੀਕਾ ਦੇ ਵਿੱਚ ਕਾਰਬਨ ਟੈਕਸ ਨਹੀਂ ਹੈਗਾ, ਵੀ ਉਹਨੀਆਂ ਬੜੀਆਂ ਜਿਹੜੀਆਂ ਟੈਕਸ ਬ੍ਰੈਕਟਸ ਨੇ ਉਹਨਾਂ ਨੂੰ ਫਾਰਮਰਸ ਨੂੰ ਰਾਇਤਾਂ ਦਿੱਤੀਆਂ ਜਾਂਦੀਆਂ ਵੀ ਜਿਹੜੀ ਐਟਲੀਸਟ ਉਹਨਾਂ ਦੀ ਫੂਡ ਕਾਸਟ ਆ ਉਹ ਘੱਟ ਰਵੇ। ਸਾਡੀ ਸਰਕਾਰ ਕੀ ਕਰ ਰਹੀ ਆ ਵੀ ਕਾਰਬਨ ਟੈਕਸ ਵੀ ਲਾ ਦਿੰਦੀ ਆ, ਸੈਕੰਡਰੀ ਕਾਰਬਨ ਟੈਕਸ ਵੀ ਲਾ ਦਿੰਦੀ ਆ, ਫਿਰ ਟੈਕਸ ਦੇ ਉੱਤੇ ਟੈਕਸ ਵੀ ਲਾ ਦਿੰਦੀ ਆ। ਵੀ ਇਹਨਾਂ ਨੇ ਤਾਂ ਸਾਨੂੰ ਟੈਕਸਾਂ ਦਾ ਜਿਹੜਾ ਸਕੰਜਾ ਦਿਨੋਂ ਦਿਨ ਪ੍ਰਤੀ ਦਿਨ ਟੈਟ ਹੀ ਕਰਦੇ ਜਾ ਰਹੇ ਆ।
ਤੁਸੀਂ ਰਿਆਇਤਾਂ ਦੀ ਗੱਲ ਕੀਤੀ, ਵੈਸੇ ਕੁਝ ਰਿਆਇਤਾਂ ਮਿਲੀਆਂ ਕਹਿੰਦੇ ਕਿ ਰੇਟ ਆਫ ਇੰਟਰਸਟ ਨਹੀਂ ਵਧਿਆ। ਹੁਣ ਦੇਖੋ ਜਿਹੜੇ ਰੇਟ ਆਫ ਇੰਟਰਸਟ ਨਹੀਂ ਵਧਿਆ, ਅਸੀਂ ਚਾਹੁੰਦੇ ਵੀ ਨਹੀਂ ਵਧੇ, ਬੜੀ ਚੰਗੀ ਗੱਲ ਆ, ਪਰ ਜੇ ਆਪਾਂ ਇਕਨੋਮੀ ਦੀ ਕੰਡੀਸ਼ਨ ਦੇ ਲਈਏ ਵੀ ਕੋਈ ਗਰੋਥ ਨਜ਼ਰ ਨਹੀਂ ਆ ਰਹੀ, ਇਹ ਕੋਈ ਚੰਗਾ ਸਾਈਨ ਨਹੀਂ ਹੈਗਾ। ਜਿਹੜੇ ਉਹਨਾਂ ਨੇ ਸਟੇਟਮੈਂਟ ਵੀ ਦਿੱਤੇ ਆ ਗਵਰਨਰ ਨੇ ਵੀ ਇਹ ਵੱਧ ਸਕਦਾ ਆਉਣ ਵਾਲੇ ਸਮੇਂ 'ਚ, ਇਹਨੂੰ ਇਸ ਚੀਜ਼ ਨੂੰ ਕਦੀ ਨਾ ਇਸ ਤਰੀਕੇ ਨਾਲ ਵੀ ਆਉਣ ਵਾਲੇ ਸਮੇਂ 'ਚ ਘਟੂਗਾ। ਕਹਿੰਦੇ ਵੀ ਜੇ ਸਾਨੂੰ ਹਾਈਕ ਅਪ ਕਰਨ ਦੀ ਲੋੜ ਪਈ ਇਨਫਲੇਸ਼ਨ ਦੇ ਮੁਤਾਬਿਕ ਅਸੀਂ ਜ਼ਰੂਰ ਕਰਾਂਗੇ। ਇਨਫਲੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿਹੜੇ ਮਾਪਦੰਡਾਂ ਦੇ ਨਾਲ ਇਹ ਗੱਲ ਕਰ ਰਹੇ ਨੇ, ਕਿਉਂਕਿ ਇੱਕ ਪਾਸੇ ਇਨਫਲੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਹੁਣ ਜਿਹੜੀਆਂ ਰੋਜ਼ਮਰਰਾ ਦੀਆਂ ਚੀਜ਼ਾਂ ਨੇ ਲੋਕੀ ਉਹੀ ਖਰੀਦ ਰਹੇ ਨੇ, ਪਰ ਜਿਸ ਤਰੀਕੇ ਦੇ ਨਾਲ ਟੈਂਪਰੇਰੀ ਤੌਰ ਦੇ ਉੱਤੇ ਇੱਥੇ ਆ ਕੇ ਆਬਾਦੀ ਵੱਧ ਰਹੀ ਆ, ਉਸ ਆਬਾਦੀ ਦੀਆਂ ਰੋਜ਼ਮਰਰਾ ਦੀਆਂ ਜ਼ਿੰਦਗੀ ਦੀਆਂ ਚੀਜ਼ਾਂ ਨੂੰ ਹੀ ਇਹ ਜੇ ਕਹੀ ਜਾ ਰਹੇ ਨੇ ਕਿ ਤੁਸੀਂ ਓਵਰ ਸਪੈਂਡਿੰਗ ਕਰ ਰਹੇ ਹੋ, ਤਾਂ ਮੈਨੂੰ ਨਹੀਂ ਲੱਗ ਰਿਹਾ ਕਿ ਇਸ ਦੇ ਵਿੱਚ ਕੋਈ ਸਹੀ ਗੱਲ ਸਰਕਾਰ ਕਰ ਰਹੀ ਹੈ, ਕਿਉਂਕਿ ਸਰਕਾਰ ਕੋਲ ਤਾਂ ਇਹ ਅੰਕੜੇ ਵੀ ਨਹੀਂ ਹੈਗੇ ਕਿ ਕੈਨੇਡਾ ਵਿੱਚ ਕਿੰਨੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਕਿੰਨੇ % ਲੋਕ ਜਿਹੜੇ ਆ ਟੈਂਪਰੇਰੀ ਵੀਜ਼ਾ ਦੇ ਉੱਤੇ ਰਹਿ ਰਹੇ ਨੇ, ਤੇ ਕਿੰਨੇ % ਲੋਕ ਜਿਹੜੇ ਆ ਵੀਜ਼ਾ ਲੱਗਣ ਤੋਂ ਬਾਅਦ ਦੇਸ਼ ਛੱਡ ਕੇ ਜਾ ਚੁੱਕੇ ਨੇ। ਸੋ ਸਰਕਾਰ ਕੋਲ ਇਹਦੇ ਕੋਈ ਖਾਸ ਅੰਕੜੇ ਨਹੀਂ ਹੈਗੇ। ਸੋ ਇਹ ਜੇ ਹਾਊਸਿੰਗ ਦੀ ਗੱਲ ਕਰਦੇ ਆ ਕਿ ਅਸੀਂ ਇੰਨੇ ਹਾਊਸ ਬਣਾ ਦੇਵਾਂਗੇ ਸਾਡੀ ਆਬਾਦੀ ਨੂੰ ਦੇਖਦੇ ਹੋਏ, ਜਾਂ ਤੁਹਾਡੇ ਕੋਲ ਅੰਕੜੇ ਨਹੀਂ ਪ੍ਰੋਪਰ ਹੈਗੇ, ਤਾਂ ਤੁਸੀਂ ਟਾਰਗੇਟ ਕਿਹੜਾ ਤੁਸੀਂ ਕਿਸ ਤਰੀਕੇ ਨਾਲ ਮਿੱਥ ਸਕਦੇ ਹੋ? ਬਿਲਕੁਲ, ਦੇਖੋ ਪਹਿਲਾਂ ਤਾਂ ਆਪਾਂ ਗੱਲ ਆ ਰਹੀ ਹੈ ਵੀ ਇਹਨਾਂ ਦੇ ਅੰਕੜਿਆਂ ਦੀ, ਜਾਂ ਤੁਸੀਂ ਕਹਿ ਰਹੇ ਸਪੈਂਡਿੰਗ ਰੇਸ਼ੀਓ, ਜਿਹੜਾ ਐਵਰੇਜ ਕੈਨੇਡੀਅਨ ਦਾ ਸਪੈਂਡਿੰਗ ਰੇਸ਼ੀਓ ਬਹੁਤ ਘਟਿਆ ਹੋਇਆ। ਆਲਮੋਸਟ 60% ਜਿਹੜੇ ਕੈਨੇਡੀਅਨ ਆ ਪੇ ਚੈੱਕ ਟੂ ਪੇ ਚੈੱਕ ਚੱਲ ਰਿਹਾ, ਤੇ ਜਿਹੜਾ 20% ਯੂਥ ਆ ਉਹ ਫੂਡ ਬੈਂਕਾਂ ਦੇ ਸਹਾਰੇ ਚੱਲ ਰਿਹਾ। ਇੱਕ ਜਿਹੜੀ ਸਿੰਗਲ ਮਦਰ ਆ ਉਹ ਕਿਵੇਂ ਅਫੋਰਡ ਕਰ ਸਕਦੇ ਆ, ਉਹ ਵੀ ਫੂਡ ਬੈਂਕਾਂ ਦੇ ਆਸਰੇ ਚੱਲ ਰਹੀ ਆ। ਵੀ ਜੇ ਤੁਸੀਂ ਮਹੀਨੇ ਦੇ ਵਿੱਚ ਤੁਸੀਂ ਦੇਖੋ, ਜੇ ਆਪਾਂ ਕੱਲਾ ontario ਜਾਂ ਮੌਂਟਰੀਅਲ ਦੇ ਲਾਦੇ ਮਿਲੀਅਨਸ ਆਫ ਲੋਕੀ ਫੂਡ ਬੈਂਕ ਵੱਲ ਰੁਕ ਕਰ ਰਿਹਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਹਾਲ ਆ। ਸਾਡੀਆਂ ਤਾਂ ਫੂਡ ਬੈਂਕਾਂ ਦੀਆਂ ਤੁਸੀਂ ਵਿਜ਼ਿਟ ਫੂਡ ਬੈਂਕ ਜਿਹੜੀ ਲੋਕਲ ਫੂਡ ਬੈਂਕ ਉਹਨਾਂ ਨੂੰ ਜਾ ਕੇ ਆਪਣਾ ਗੱਲਬਾਤ ਤਾਂ ਕਰੋ, ਤੁਹਾਨੂੰ ਪਤਾ ਤਾਂ ਲੱਗੇ ਵੀ ਸਥਿਤੀ ਗਰਾਊਂਡ ਦੀ ਰਿਐਲਿਟੀ ਹੈ ਕੀ, ਕਿੰਨੇ ਲੋਕੀ ਉੱਥੇ ਹੈਲਪ ਲੈਣ ਵਾਸਤੇ ਆਉਂਦੇ ਨੇ। ਇਹ ਉਹ ਲੋਕੀ ਨੇ ਕਿ ਜਿਹੜੇ ਅਨਇੰਪਲੋਇਡ ਨੇ, ਉਹ ਲੋਕੀ ਨੇ ਜਿਹੜੇ ਫੁੱਲ ਟਾਈਮ ਕੰਮ ਕਰ ਰਹੇ ਨੇ। ਵੀ ਸਾਡਾ ਸਪੈਂਡਿੰਗ ਰੇਸ਼ੀਓ ਇੰਨਾ ਮਾੜਾ ਹਾਲ ਆ ਵੀ ਜਿਹੜਾ ਫੁੱਲ ਟਾਈਮ ਕੰਮ ਕਰਕੇ ਗਰੋਸਰੀ ਤੇ ਰੈਂਟ ਨਹੀਂ ਅਫੋਰਡ ਕਰ ਪਾ ਰਿਹਾ। ਵੀ ਜਿਹੜਾ ਸਪੈਂਡਿੰਗ ਉਹ ਫਿਰ ਸਾਡੀ ਸਰਕਾਰ ਕਹਿੰਦੀ ਆ, ਜਾਂ ਜਿਹੜੇ ਇਕਨੋਮਿਸਟ ਇਹਨਾਂ ਨੇ ਬਿਠਾਏ ਹੋਏ ਨੇ, ਉਹ ਆਪਦੇ EMPLOYEES ਨੂੰ ਤਾਂ ਮਿਲੀਅਨਸ ਆਫ ਡਾਲਰਸ ਦੇ ਵਿੱਚ, ਜਿਹੜਾ ਆਪਣਾ $22 ਮਿਲੀਅਨ ਸੀਗਾ ਪਿਛਲੇ ਸਾਲ ਦੇ ਵਿੱਚ, ਬੋਨਸ ਦਿੱਤੇ ਸੀਗੇ, ਤੇ ਸਾਡੀ ਵਾਰੀ ਚੁੱਪ ਕਰ ਜਾਂਦੇ ਨੇ, ਤੇ ਇੰਟਰਸਟ ਰੇਟ ਵੀ ਵਧਾਈ ਜਾ ਰਹੇ ਸੀਗੇ। ਹੁਣ ਜੇ ਤੁਸੀਂ ਮਹਿੰਗਾਈ ਲਾ ਲਓ, ਮਹਿੰਗਾਈ ਵੀ ਬਹੁਤ ਵਧੀਆ, ਆਪਣੀਆਂ ਜੇਬਾਂ ਇਹਨਾਂ ਦੀਆਂ ਭਾਰੀਆਂ ਰਹਿੰਦੀਆਂ, ਜਿਹੜਾ ਅਸਰ ਆ ਉਹ ਤੁਹਾਡੇ ਮੇਰੇ ਵਰਗੇ ਵਿਅਕਤੀਆਂ ਤੇ ਪੈਂਦਾ। ਤੁਸੀਂ ਇਹ ਦੇਖੋ ਕਿ ਮੈਨੂੰ ਲੱਗਦਾ ਸ਼ਾਇਦ ਆਪਾਂ ਲਾਸਟ ਟਾਈਮ ਵੀ ਇਹ ਗੱਲ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤੀ ਸੀਗੀ ਕਿ ਕੈਨੇਡਾ ਜਿਹੜਾ ਆ ਕਦੇ ਜੰਗ ਨੂੰ ਕਦੇ ਉਤਸ਼ਾਹਿਤ ਨਹੀਂ ਕਰਦਾ, ਇਸ ਚੀਜ਼ ਨੂੰ ਕਦੇ ਇਹਦਾ ਸਮਰਥਨ ਨਹੀਂ ਕਰਦਾ, ਪਰ ਇਸ ਦੇ ਬਾਵਜੂਦ ਇਸ ਵਾਰ ਜਿਸ ਤਰੀਕੇ ਨਾਲ ਦਿਲ ਖੋਲ ਕੇ ਯੂਕਰੇਨ ਦੇ ਲਈ ਜਿਹੜੇ ਆ ਪੈਸੇ ਦਿੱਤੇ ਜਾ ਰਹੇ ਆ, ਫੰਡਿੰਗ ਦਿੱਤੀ ਜਾ ਰਹੀ ਆ, ਉਹ ਇੱਕ ਵੱਖਰੀ ਗੱਲ ਹੈ। ਉਹ ਵੀ ਅਜਿਹੇ ਹਾਲਾਤਾਂ ਵਿੱਚ ਜਦੋਂ ਕੈਨੇਡੀਅਨਸ ਖੁਦ ਇਸ ਵਕਤ ਜਿਹੜੇ ਆ ਕਿੰਨਾ ਜ਼ਿਆਦਾ ਡੈਟ ਦੇ ਵਿੱਚੋਂ ਲੰਘਦੇ ਪਏ ਨੇ। ਤੀਸਰੀ ਗੱਲ ਇਹ ਹੈਗੀ ਆ ਕਿ ਇਹਨਾਂ ਦੇ ਕੋਲ ਇਸ ਵਕਤ ਕੋਈ ਪਲਾਨ ਨਹੀਂ ਹੈਗਾ, ਨਾ ਕੋਈ ਹਾਊਸਿੰਗ ਪਲਾਨ ਹੈ, ਨਾ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਪਲਾਨ ਹੈ। ਕਿਸੇ ਵੀ ਚੀਜ਼ ਨੂੰ ਪਲਾਨ ਨਾ ਹੋਣ ਦੇ ਕਰਕੇ ਕੈਨੇਡੀਅਨਸ ਇਸ ਵੇਲੇ ਸਫਰ ਕਰ ਰਹੇ ਨੇ। ਆਪਾਂ ਰੇਟ ਆਫ ਇੰਟਰਸਟ ਦੀ ਗੱਲ ਕੀਤੀ ਆ, ਅੱਜ ਤੁਸੀਂ ਨਹੀਂ ਵਧਾ ਰਹੇ, ਕੱਲ ਨੂੰ ਇਹ ਫੇਰ ਵਧਾਈ ਜਾ ਸਕਦੀ ਹੈ। ਜਿਹੜੇ ਲੋਕ ਇਸ ਵਕਤ ਹੈਂਡ ਟੂ ਮਾਊਥ ਹੈਗਾ, ਪੇ ਚੈੱਕ ਟੂ ਪੇ ਚੈੱਕ ਚੱਲ ਰਹੇ ਆ, ਉਹਨਾਂ ਲਈ ਵੀ ਸਰਵਾਈਵ ਕਰਨਾ ਓਨਾ ਹੀ ਮੁਸ਼ਕਿਲ ਹੋ ਰਿਹਾ। ਮਹਿੰਗਾਈ ਦੇ ਇਸ ਦੌਰ ਦੇ ਵਿੱਚ ਤੁਸੀਂ ਮਹਿੰਗਾਈ ਨੂੰ ਕੰਟਰੋਲ ਕਿੱਦਾਂ ਕਰ ਰਹੇ ਹੋ? ਕਿਉਂਕਿ ਹੁਣ ਕੋਈ ਲੋਕੀ ਲਗਜ਼ਰੀਅਸ ਲਾਈਫ ਦੀ ਉਮੀਦ ਨਹੀਂ ਕਰ ਰਹੇ ਹੈਗੇ, ਲੋਕੀ ਇਹ ਕਹਿ ਰਹੇ ਕਿ ਸਾਡੇ ਟੇਬਲ ਤੇ ਐਟਲੀਸਟ ਫੂਡ ਹੋਵੇ। ਹੁਣ ਬਿਲਕੁਲ, ਜਿਹੜਾ ਤਾਂ ਹੋਮ ਓਨਰਾਂ ਨੂੰ ਇਹੀ ਹੈ ਵੀ ਮੇਰੇ ਘਰ ਦੀਆਂ ਕਿਸ਼ਤਾਂ ਨਾ ਟੁੱਟਣ, ਮੈਂ ਮੌਰਗੇਜ ਡਿਫਾਲਟ ਨਾ ਕਰਾਂ। ਉਹ ਤਾਂ ਇਸ ਤਰੀਕੇ ਤੱਕ ਡਰਿਆ ਹੋਇਆ ਵੀ ਮੌਰਗੇਜ ਪੇਮੈਂਟਸ ਚ ਇਸ ਹਿਸਾਬ ਨਾਲ ਜਿੰਨੀ ਛੇਤੀ ਪਿਛਲੇ 6-7 ਮਹੀਨਿਆਂ ਦੀ ਗੱਲ ਕਰ ਲਈ, ਜਿੰਨੀ ਤੇਜ਼ੀ ਨਾਲ ਵਧੀਆਂ, ਉਹ ਤਾਂ ਇਸ ਚੀਜ਼ ਤੋਂ ਦੁਖੀ ਆ। ਤੇ ਐਵਰੇਜ ਜਿਹੜਾ ਸਟੂਡੈਂਟ ਆ ਉਹਨੂੰ ਇਹ ਵੀ ਮੇਰਾ ਰੋਟੀ ਟੁੱਕ ਤੁਰਿਆ ਰਵੇ, ਵੀ ਉਸ ਚੀਜ਼ ਤੋਂ ਵੀ ਅਸੀਂ ਵਾਂਝੇ ਹੋ ਚੁੱਕੇ ਹਾਂ ਵੀ ਕੋਈ ਫੂਡ ਵੀ ਰੀਜ਼ਨੇਬਲ ਫੂਡ ਤੇ ਰੀਜ਼ਨੇਬਲ ਹਾਊਸਿੰਗ ਕੰਡੀਸ਼ਨਸ ਕੋਈ ਅਫੋਰਡ ਨਹੀਂ ਕਰ ਸਕਦਾ। ਇਮੀਗ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਵੀ ਇੰਨੇ ਲਗਭਗ ਤੁਸੀਂ ਲਾ ਲਓ ਮਿਲੀਅਨ ਬੰਦਾ ਹਰ ਸਾਲ ਆ ਰਿਹਾ ਹੈਗਾ, ਵੀ ਜੇ ਮਿਲੀਅਨ ਬੰਦਾ ਆਊਗਾ ਉਹਨੂੰ ਭਾਈ ਰੱਖਣਾ ਕਿੱਥੇ, ਕੋਈ ਪੁਖਤਾ ਪ੍ਰਬੰਧ ਨਹੀਂ। ਜਿਨ੍ਹਾਂ ਨੂੰ ਤੁਸੀਂ ਸੱਦ ਲਿਆ, ਫੀਸਾਂ ਭਰਾ ਲੀਆਂ, ਕੰਮ ਕਰਾ ਲਿਆ, ਉਹਨਾਂ ਨੂੰ ਪੱਕੇ ਕਿਵੇਂ ਕਰਨਾ, ਉਹਨਾਂ ਦਾ ਕੋਈ ਹੱਲ ਨਹੀਂ ਹੈਗਾ। ਮੈਂ ਉਹ ਦੇਖ ਰਹੀ ਸੀ, ਮੈਨੂੰ ਰੀਸੈਂਟਲੀ ਲਾਸਟ ਵੀਕ ਹੈਮਿਲਟਨ ਵਿਜ਼ਿਟ ਕਰਨ ਦਾ ਮੌਕਾ ਮਿਲਿਆ, ਤੇ ਮੈਂ ਦੇਖ ਕੇ ਹੈਰਾਨ ਹੋ ਕੇ, ਮੈਂ ਕਾਫੀ ਅਰਸੇ ਬਾਅਦ ਮੈਂ ਹੈਮਿਲਟਨ ਵਿਜ਼ਿਟ ਕੀਤਾ, ਅਰਾਊਂਡ 7-8 ਮੰਥਸ ਬਾਅਦ। ਉੱਥੇ ਹੋਮਲੈਸਨੈਸ ਇੰਨੀ ਜ਼ਿਆਦਾ ਹੋਈ ਪਈ, ਅੰਨੇ ਹੋਮਲੈਸ ਲੋਕੀ, ਦੇਖ ਕੇ ਹੈਰਾਨ ਹੋ ਗਈ ਕਿ ਕੁਝ ਮਹੀਨਿਆਂ ਦੇ ਵਿੱਚ ਹੀ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਤਰੀਕੇ ਦੇ ਨਾਲ ਟੈਂਟਸ ਲਗਾ ਕੇ ਪਾਰਕ ਦੇ ਵਿੱਚ ਬੈਠੇ ਨੇ, ਤੇ ਇੰਨਾ ਬੁਰਾ ਹਾਲ ਹੋਇਆ। ਬਿਲਕੁਲ, ਮੈਂ ਲੋਕਲ ਹੈਮਿਲਟਨ ਦਾ ਹੀ ਵਸਨੀਕ ਹਾਂ ਜੀ। ਜੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਾਂ, ਜਿੱਦਾਂ ਤੁਸੀਂ ਗੱਲ ਕੀਤੀ ਵੀ ਕੋਈ ਦੋ ਰਾਏ ਨਹੀਂ ਹੈਗੀ, ਲਗਭਗ ਤੁਸੀਂ ਕਹਿ ਲਓ ਵੀ 1500 ਤੋਂ 2000 ਦੇ ਵਿੱਚ ਜਿਹੜਾ ਸਿਟੀ ਕੋਲੇ ਆંકੜੇ ਆ ਵੀ ਹੋਮਲੈਸ ਬੰਦੇ ਹੈਗੇ ਆ। ਹੁਣ ਇਸ ਤੋਂ ਵੱਧ ਵੀ ਹੋ ਸਕਦੇ, ਘੱਟ ਵੀ ਹੋ ਸਕਦੇ ਆ, ਵੀ ਜੋ ਸਾਡੀ ਸਿਟੀ ਕੋਲ ਆંકੜੇ ਹੈਗੇ ਆ। ਵੀ ਸਿਟੀ ਨੇ ਵੀ ਐਮਰਜੈਂਸੀ ਲਗਾਈ ਹੋਈ ਆ। ਬਾਰ-ਬਾਰ ਮੈਂ ਪਿਛਲੇ ਪ੍ਰੋਗਰਾਮਾਂ 'ਚ ਵੀ ਜ਼ੋਰ ਦਿੰਦਾ, ਬੜੇ MP ਸਾਹਿਬਾਨ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਕਿਸੇ ਨਾਲ ਵੀ ਗੱਲ ਕਰਨ ਦਾ, ਵੀ ਇਸ ਦਾ ਹੱਲ ਸਾਨੂੰ ਮਿਲ ਕੇ ਕੱਢਣਾ ਪੈਣਾ। ਪ੍ਰੋਬਲਮ ਰੂਟ ਕਾਜ਼ ਉੱਥੇ ਆ ਜਾਂਦੀ ਵੀ ਡਰੱਗ ਪ੍ਰੋਬਲਮ, ਡਰੱਗ ਓਵਰਡੋਸ।
ਜਿਹੜਾ ਡਰੱਗ ਓਵਰਡੋਜ਼ ਆ ਉਹਨੇ ਮੈਂਟਲ ਹੈਲਥ ਰੇਜ਼ ਕਰ ਰਹੀ ਹੈ, ਮੈਂਟਲ ਹੈਲਥ ਦੇ ਇਸ਼ੂ ਹੋਣੇ ਆ, ਉਸ ਤੋਂ ਬਾਅਦ ਹੋਮਲੈਸਨੈਸ ਦੇ ਇਸ਼ੂ ਹੋਣੇ ਆ। ਤੇ ਸਰਕਾਰ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਤਾਂ ਡਰੱਗਸ ਨੂੰ ਸਗੋਂ ਹੋਰ ਲੀਗਲਾਈਜ਼ ਕਰ ਰਹੀ ਹੈ ਕਿ BC 'ਚ ਤੁਸੀਂ ਲੀਗਲ ਕਰ ਦਿਓ ਤਾਂ ਵੀ ਓਵਰ ਡੈਥਸ ਹੋ ਰਹੀਆਂ ਨੇ। ਇੱਥੇ ਤੁਸੀਂ ਓਨਟਾਰੀਓ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਤੁਸੀਂ ਦੇਖ ਲਵੋ ਕਿਸ ਤਰੀਕੇ ਦੇ ਨਾਲ ਮੈਰੀਜੁਆਨਾ ਦੇ ਸਟੋਰਸ ਨੇ, ਜਾਂ ਤੁਸੀਂ ਲੀਗਲ ਤੌਰ ਦੇ ਉੱਤੇ ਡਰੱਗਸ ਜਿਹੜੀਆਂ ਪਰਚੇਸ ਕਰ ਸਕਦੇ ਹੋ। ਗਵਰਨਮੈਂਟ ਦਾ ਇੱਧਰ ਜੇ ਧਿਆਨ ਹੈ ਹੀ ਨਹੀਂ ਹੈ ਕਿ ਕਿੱਧਰ ਨੂੰ ਜਾ ਰਹੇ ਹੋ ਤੁਸੀਂ। ਜੀ ਸਰਕਾਰ ਆਪਾਂ ਗੱਲ ਕਰਦੇ ਹੁੰਦੇ ਆ ਅਕਸਰ ਵੀ ਸੇਫ ਡਰੱਗ ਪ੍ਰੋਗਰਾਮ, ਇਹ ਤਾਂ ਲੈ ਕੇ ਆ ਰਹੀ ਹੈ ਇਹੋ ਜਿਹੇ ਪ੍ਰੋਗਰਾਮ ਵੀ ਜਿਹੜਾ ਡਰੱਗਸ ਨੂੰ ਬੜਾਵਾ ਦੇ ਰਹੀ ਆ, ਵੀ ਡਰੱਗਸ ਨੂੰ ਵਾਧਾ ਦੇ ਰਹੀ ਹੈ, ਵੀ ਇਹ ਕੰਮ ਪ੍ਰਫੁੱਲਤ ਹੋਵੇ, ਅੱਗੇ ਵਧੇ। ਵੀ ਜਿਹੜੇ ਐਡਿਕਸ਼ਨਸ ਨੇ ਸਾਡੇ ਜਵਾਕਾਂ ਨੂੰ ਕਿੰਨੀ ਐਡਿਕਸ਼ਨ ਹੋ ਗਈ। ਤੁਸੀਂ ਮੈਂ ਬਾਰ-ਬਾਰ ਇਹੀ ਗੱਲ ਕਰਦਾ ਹੁੰਦਾ, ਜ਼ੋਰ ਦਿੰਦੇ ਹੁੰਦੇ, ਇੱਕ ਵਾਰੀ ਫਿਰ ਦੁਹਰਾ ਦਿੰਦੇ ਆ ਵੀ ਕਿਸੇ ਵੀ ਹਾਈ ਸਕੂਲ ਦੇ ਲਾਗੇ ਬੰਨੇ ਗੇੜਾ ਕੱਢਿਓ, ਤੁਸੀਂ ਦੇਖਣ ਨੂੰ ਮਿਲੂਗਾ ਵੀ 14-15 ਸਾਲਾਂ ਦੇ ਜਵਾਕ ਜਿਹੜੇ ਵੇਪ ਪੀਂਦੇ ਤੁਹਾਨੂੰ ਨਜ਼ਰ ਆ ਜਾਣਗੇ। ਵੀ ਇਹਨਾਂ ਚੀਜ਼ਾਂ ਨੂੰ, ਇਹਨਾਂ ਨੂੰ ਬੱਚਿਆਂ ਨੂੰ ਵੇਪ ਦੀ ਸਪਲਾਈ ਹੋ ਕਿੱਥੋਂ ਰਹੀ ਆ, ਡਰੱਗਸ ਜਾ ਕੇ ਇੱਥੇ ਰਹੇ ਆ, ਸਕੂਲਾਂ ਦੇ ਵਿੱਚ ਨਿਆਣੇ ਮੈਰੀਜੁਆਨਾ ਪੀਂਦੇ ਨੇ, ਵੀ ਡਰੱਗਸ ਕਰਦੇ ਨੇ, ਇਹਨਾਂ ਨੂੰ ਪਹੁੰਚਾ ਕੌਣ ਰਿਹਾ ਉੱਥੋਂ ਤੱਕ। ਵੀ ਇਸ ਚੀਜ਼ ਦੇ ਉੱਤੇ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ? ਪਰ ਐਕਸ਼ਨ ਲਵੇ ਜਾਂ ਦੂਜੀ ਗੱਲ ਹੈ, ਪਰ ਇਸ ਵਕਤ ਸਰਕਾਰ ਆਪਣੇ ਸਰਕਾਰੀ ਖਰਚਿਆਂ ਨੂੰ ਹੀ ਕੰਟਰੋਲ ਕਰ ਲਵੇ ਤਾਂ ਉਹੀ ਬਹੁਤ ਵੱਡੀ ਗੱਲ ਹੋਏਗੀ। ਜਿਸ ਤਰੀਕੇ ਨਾਲ ਇਹਨਾਂ ਦੇ ਟ੍ਰਿਪਸ ਪਲਾਨ ਹੋ ਰਹੇ ਨੇ, ਮਿਲੀਅਨਸ ਆਫ ਡਾਲਰਸ ਸਿਰਫ ਟ੍ਰਿਪਸ ਦੇ ਉੱਤੇ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ, ਇਹਨਾਂ ਦੇ ਉੱਤੇ ਸਪੈਂਡ ਕੀਤੇ ਜਾ ਰਹੇ ਨੇ। ਜਦੋਂ ਤੋਂ ਇਹ ਮੀਡੀਆ 'ਚ ਰਿਪੋਰਟ ਆਉਣੀ ਸ਼ੁਰੂ ਹੋ ਗਈ ਹੈ, ਪਰ ਦੋਸ਼ ਤਾਂ ਵੀ ਮੀਡੀਆ ਨੂੰ ਹੀ ਦਿੱਤਾ ਜਾਂਦਾ ਆ। ਬਿਲਕੁਲ, ਹਾਂਜੀ। ਤੁਸੀਂ ਗੱਲ ਕਰ ਲਓ ਵੀ ਪਹਿਲਾਂ ਮੈਨਹੈਟਨ ਦਾ ਮਸਲਾ ਆਇਆ ਸੀ, ਟਰੂਡੋ ਸਾਹਿਬ ਬਹੁਤ ਚਰਚਾ ਦੇ ਵਿੱਚ ਆਏ ਸੀਗੇ ਵੀ ਹਜ਼ਾਰਾਂ ਡਾਲਰਾਂ ਦੇ ਵਿੱਚ ਜਿਹੜਾ ਬਿੱਲ ਆਇਆ ਸੀ 2-3 ਦਿਨ ਦਾ ਹੋਟਲਾਂ ਦਾ। ਫਿਰ ਉਸ ਤੋਂ ਉੱਤੇ ਅੱਗੇ ਵਧਿਆ, ਹੁਣ ਸਾਡੇ ਗਵਰਨਰ ਜਨਰਲ ਬਹੁਤ ਜ਼ਿਆਦਾ ਚਰਚੇ ਦੇ ਵਿੱਚ ਨੇ। ਜੇ ਆਪਾਂ ਉਹਨਾਂ ਦੀ ਗੱਲ ਕਰ ਲਈਏ, ਮੈਰੀ ਸਾਈਮਨ ਉਹਨਾਂ ਦਾ ਨਾਂ ਹੈ ਜੀ। 1 ਸਾਲ ਦੇ ਵਿੱਚ ਜਿਹੜਾ ਉਹਨਾਂ ਦੇ ਟ੍ਰਿਪ ਦੇ ਬਿੱਲ ਆ $3 ਮਿਲੀਅਨ ਆਇਆ ਜੀ। $3 ਮਿਲੀਅਨ ਵੀ $3 ਮਿਲੀਅਨ ਜਿਹੜਾ ਕੈਨੇਡੀਅਨ ਟੈਕਸ ਪੇਅਰ ਨੇ ਦਿੱਤਾ। ਵੀ ਜਦੋਂ ਕਹਿੰਦੇ ਵੀ ਕਿਸੇ ਹੋਰ ਦਾ ਪੈਸਾ ਵਰਤਣਾ ਹੋਏ ਨਾ, ਵੀ ਟੈਕਸ ਪੇਅਰ ਦਾ ਪੈਸਾ ਵਰਤਣਾ ਹੋਏ ਤੇ ਇਹਨਾਂ ਵਾਸਤੇ ਬੜੀ ਸੌਖੀ ਗੱਲ ਆ, ਵੀ ਬੜੇ ਸੌਖੇ ਤਰੀਕੇ ਨਾਲ ਤੁਸੀਂ ਉਹ ਪੈਸਾ ਵਰਤ ਸਕਦੇ ਹੋ। ਪਰ ਜੇ ਆਪਦੀ ਜੇਬ ਚੋਂ ਖਰਚਣਾ ਹੋਏ ਫਿਰ ਕਦੀ ਵੀ 3 ਮਿਲੀਅਨ ਤਾਂ ਇਹਨਾਂ ਦੀ ਸੈਲਰੀ ਨਹੀਂ ਹੋਣੀ। ਵੀ ਜੇ ਮੈਂ 6 ਫਿਗਰਸ ਕਮਾਉਂਦੇ ਹੋਣਗੇ, ਕੋਈ ਵੱਧ ਤੋਂ ਵੱਧ ਇਹਨਾਂ ਦੀ ਤਨਖਾਹ, ਮੈਂ ਕਰੈਕਟ ਅੰਕੜੇ ਜ਼ਰੂਰ ਅਗਲੇ ਪ੍ਰੋਗਰਾਮ 'ਚ ਲੈ ਕੇ ਆਊਂਗਾ, ਤਕਰੀਬਨ 2 ਲੱਖ ਤਨਖਾਹ ਹੋਣੀ, ਇਸ ਤੋਂ ਵੱਧ ਨਹੀਂ ਹੈਗੀ। 3 ਮਿਲੀਅਨ ਜਿਹੜਾ ਟੈਕਸ ਪੇਅਰਸ ਦਾ ਲਾ ਦਿੱਤਾ। ਜੇ ਆਪਾਂ ਇਹਨਾਂ ਤੋਂ ਪਿਛਲੇ ਗਵਰਨਰ ਜਨਰਲ ਦੀ ਗੱਲ ਕਰੀਏ, ਉਹਨਾਂ ਨੇ 29 ਮਹੀਨਿਆਂ ਦਾ ਸਮਾਂ ਲਿਆ ਸੀ, ਵੀ 29 ਮੰਥਸ ਦੇ ਵਿੱਚ ਉਹਨਾਂ ਨੇ 3 ਮਿਲੀਅਨ ਖਰਚ ਕੀਤਾ ਸੀ, ਇਹਨਾਂ ਨੇ ਸਾਲ ਦੇ ਵਿੱਚ ਵਰਤਤਾ। ਹਾਲਾਂਕਿ ਆਪਾਂ ਜਸਟੀਫਾਈ ਉਹਨਾਂ ਦੀ ਵਕਾਲਤ ਨਹੀਂ ਕਰਦੇ ਪਏ, ਜਿਹੜੇ ਪਹਿਲੇ ਗਵਰਨਰ ਸੀ ਭਾਈ, ਉਹਨਾਂ ਨੇ ਵੀ ਪੈਸਾ ਬਹੁਤ ਖਰਚਿਆ। ਜਿਹੜੇ ਸਾਡੇ ਡੋਮੈਸਟਿਕ, ਕੀ ਗੱਲ ਤੁਸੀਂ ਇਕਨੋਮੀ ਕਲਾਸ ਨਹੀਂ ਬਿਜ਼ਨਸ ਕਲਾਸ ਫਲਾਈਟ ਲੈ ਕੇ ਚੱਲ ਜਾਓ, ਤੁਹਾਨੂੰ ਪ੍ਰਾਈਵੇਟ ਜੈਟ ਜ਼ਰੂਰੀ ਚਾਹੀਦੇ ਨੇ। ਵੀ ਜੇ ਤੁਸੀਂ ਇੱਕ ਇੰਟਰਨੈਸ਼ਨਲ ਟ੍ਰਿਪ ਤੇ ਜਾਣਾ, ਕਿਹੜਾ ਕੰਮ ਐਸਾ ਜਿਹੜਾ ਜ਼ੂਮ ਦੀ ਮੀਟਿੰਗ ਤੇ ਨਹੀਂ ਹੁੰਦਾ? ਮਲਟੀ ਬਿਲੀਅਨ ਕਾਰਪੋਰੇਸ਼ਨ ਜਿਹੜੀਆਂ ਜ਼ੂਮ ਦੇ ਸਿਰ ਦੇ ਉੱਤੇ ਚੱਲਦੀਆਂ ਪਈਆਂ ਨੇ ਅੱਜ ਦੀ ਤਰੀਕ ਦੇ ਵਿੱਚ, ਆਨਲਾਈਨ ਤੁਹਾਡੇ ਤੋਂ ਹਰ ਚੀਜ਼ ਦਾ ਹੱਲ ਹੈਗਾ। ਜਿੱਥੇ ਵੀ ਗੈਟ ਇਟ, ਜਿੱਥੇ ਤੁਹਾਨੂੰ ਫਿਜ਼ੀਕਲੀ ਜਾਣਾ ਪੈਣਾ ਉੱਥੇ ਜ਼ਰੂਰ ਜਾਓ, ਪਰ ਥੋੜਾ ਰੀਜ਼ਨੇਬਲੀ ਜਿਹੜਾ ਕੈਨੇਡੀਅਨ ਟੈਕਸ ਪੇਅਰ ਦਾ ਪੈਸਾ ਉਹ ਵਰਤੋ। ਤੁਸੀਂ ਰੀਜ਼ਨੇਬਲੀ ਗੱਲ ਕੀਤੀ ਆ, ਪਰ ਪੈਂਡੈਮਿਕ ਵੇਲੇ ਜਿਸ ਤਰੀਕੇ ਨਾਲ ਸਰਕਾਰ ਨੇ ਦਿਲ ਖੋਲ ਕੇ ਉੱਥੇ ਕਰੰਸੀ ਛਪਾਈ ਆ, ਉਸ ਜਿਹੜੇ ਛਪਾਈ ਦੇ ਕਾਰਨ ਵੀ ਜਿਹੜਾ ਇੰਨਾ ਵੱਡਾ ਇਸ ਵਕਤ ਨੁਕਸਾਨ ਝੱਲਣਾ ਪੈ ਰਿਹਾ। ਸੋ ਉੱਥੇ ਹੀ ਦੂਜੇ ਪਾਸੇ ਜਿਹੜੇ ਉਸ ਵਕਤ ਲੋਨ ਦਿੱਤੇ ਗਏ ਸੀ, ਸੀਬਾ ਲੋਨ ਦਿੱਤੇ ਗਏ ਸੀ, 40,000 ਦਾ ਹੋਵੇ ਜਾਂ 60,000 ਦਾ ਹੋਵੇ, ਇਸ ਵਕਤ ਕੈਨੇਡੀਅਨਸ ਚੋਂ ਮੋੜਨ ਦੀ ਕੈਪੈਸਿਟੀ ਨਹੀਂ ਹੈਗੀ। ਕਿਹਾ ਗਿਆ ਕਿ ਦਸੰਬਰ ਤੱਕ ਦੀ ਇਹ ਡੈਡਲਾਈਨ ਸੀ ਵੀ ਇਸ ਨੂੰ ਵਧਾਇਆ ਜਾਵੇ, ਕਿਉਂਕਿ ਇਸ ਵਕਤ ਲੋਕਾਂ ਦੇ ਬਿਜ਼ਨਸ ਬਹੁਤ ਜ਼ਿਆਦਾ ਠੱਪ ਹੋ ਰਹੇ ਨੇ, ਬੈਂਕਰਪਸੀਆਂ ਹੋ ਰਹੀਆਂ ਨੇ। ਹੁਣ ਇਸ ਚੀਜ਼ ਨੂੰ ਕਵਰ ਕਰਨ ਲਈ ਜਾਂ ਥੋੜਾ ਬਹੁਤ ਇਸ ਚੀਜ਼ ਦੇ ਵੱਲ ਧਿਆਨ ਦੇਣ ਲਈ ਹੁਣ $1 ਲੱਖ ਦਾ ਹੋਰ ਲੋਨ ਤੁਹਾਨੂੰ ਦਿੱਤਾ ਜਾ ਰਿਹਾ। ਮਤਲਬ ਕਿ ਤੁਸੀਂ ਲੋਨ ਲੈ ਕੇ ਲੋਨ ਨੂੰ ਉਤਾਰ ਦਵੋ ਜਾਂ ਆਪਣੇ ਬਿਜ਼ਨਸ ਨੂੰ ਚਲਾ ਲਵੋ, ਤਾਂ ਇਹਨਾਂ ਲੋਨਾਂ ਦੀ ਭਰਪਾਈ ਕਦੋਂ, ਕਿਹੜੇ ਵੇਲੇ ਕਰਨੀ ਹੈ ਫਿਰ ਤੁਸੀਂ? ਬਿਲਕੁਲ, ਜਿਹੜਾ ਡੈਟ ਟ੍ਰੈਪ ਹੈਗਾ ਹੁਣ ਤਾਂ ਹਰ ਪਾਸਿਆਂ ਨੂੰ ਆ ਗਏ। ਸਾਡਾ ਘਰ ਆ ਉਹ ਵੀ ਕਰਜ਼ੇ ਤੇ ਆ, ਸਾਡਾ ਬਿਜ਼ਨਸ ਆ ਉਹ ਵੀ ਕਰਜ਼ੇ ਸਿਰ ਤੇ ਹੋ ਗਿਆ। ਵੀ ਜਿਹੜਾ ਤੁਹਾਡਾ ਡੈਟ ਟ੍ਰੈਪ ਆ, ਤੁਸੀਂ ਸਾਰੀ ਉਮਰ ਉਸ ਚੀਜ਼ 'ਚ ਫਸੇ ਰਹੇ ਨਾ। ਪਹਿਲਾਂ ਉਹਦਾ ਆਹ ਲੋਨ ਲਾ ਲਓ, ਫਿਰ ਹੋਰ ਲੋਨ ਲੈ ਕੇ ਉਹ ਲੋਨ ਲਾ ਲਓ, ਜੇ ਬਹੁਤਾ ਕੁਝ ਨਹੀਂ ਹੈਗਾ ਤੇ ਬੈਂਕਰਪਸੀ ਕਰ ਦਿਓ। ਤੁਸੀਂ ਦੇਖੋ ਇਸ ਚੀਜ਼ ਦਾ ਕੋਈ ਆਡਿਟ ਨਹੀਂ ਹੋਇਆ ਕਿ ਜਿਹੜੇ $40,000 ਜਾਂ $60,000 ਦੇ ਸਰਕਾਰ ਨੇ ਲੋਨ ਦਿੱਤੇ ਸੀ, ਤੁਹਾਨੂੰ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦਿੱਤੇ ਸੀ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਚਲਾ ਸਕੋ, ਐਟਲੀਸਟ ਤੁਹਾਨੂੰ ਬੈਂਕਰਪਸੀ ਤੱਕ ਨਾ ਜਾਣਾ ਪਵੇ। ਉਸ ਟਾਈਮ ਕਿ ਪੈਂਡੈਮਿਕ ਦੇ ਵਿੱਚ ਤੁਹਾਨੂੰ ਇੱਕ ਮਦਦ ਦਿੱਤੀ ਗਈ ਸੀ, ਪਰ ਉਹਨਾਂ ਦਾ ਮੈਜੋਰਟੀ ਆਫ ਦਾ ਜਿਹੜੇ ਬੈਨੀਫੀਸ਼ੀਅਰੀ ਹੈਗੇ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਨੂੰ ਯੂਜ਼ ਕੀਤਾ, ਕੋਈ ਆਡਿਟ ਨਹੀਂ ਹੋਇਆ, ਕੋਈ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਗਿਆ। ਤੇ ਹੁਣ ਹਜੇ ਤੱਕ ਇਹ ਸੋਚੀ ਜਾ ਰਿਹਾ ਕਿ ਹੁਣ ਜਿਨ੍ਹਾਂ ਨੂੰ ਦਿੱਤੇ ਆ ਲੋਨ ਉਹਨਾਂ ਤੋਂ ਵਾਪਸ ਕਿਸ ਤਰੀਕੇ ਨਾਲ ਲੈਣੇ ਆ। ਦੇਖੋ ਇਸ ਚੀਜ਼ ਤਾਂ ਕੋਈ ਆਪਣਾ ਸਭ ਨੂੰ ਪਤਾ ਵੀ ਜਿਹੜਾ ਪੈਸਾ ਵਾ ਵੀ ਉਹ ਹਾਊਸਿੰਗ ਮਾਰਕੀਟ ਦੇ ਵਿੱਚ ਹੀ ਲੱਗਿਆ, ਵੀ ਉਹਦਾ ਬਬਲ ਆਇਆ। ਹੁਣ ਹਾਊਸਿੰਗ ਮਾਰਕੀਟ ਦੇ ਕੀ ਇਸ਼ੂ ਆ ਰਿਹਾ, ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ। ਸਾਡਾ ਜਦੋਂ ਦਾ ਟਰੂਡੋ ਸਾਹਿਬ ਦੀ ਸਰਕਾਰ ਆਈ ਹੈਗੀ, ਜੇ ਆਪਾਂ ਇਹਨਾਂ ਦਾ ਕਾਰਜਕਾਲ ਦੇਖ ਲਈਏ, ਵੀ ਕੈਨੇਡਾ ਵੱਧ ਤੋਂ ਬੱਤਰ ਹੁੰਦਾ ਨਜ਼ਰ ਆ ਰਿਹਾ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਜਿਹੜੇ ਆਪਣੀ ਫੀਲਡ ਦੇ ਇਕੋਨਮਿਸਟ ਨੇ, ਕੈਨੇਡੀਅਨ ਇਕੋਨਮੀ ਦੀ ਗੱਲ ਕਰ ਲਈਏ, ਸਾਡੇ ਹੈਲਥ ਸਿਸਟਮ ਦੀ ਗੱਲ ਕਰ ਲਈਏ, ਕਿਸੇ ਵੀ ਪੱਖ ਨਾਲ ਦੇਖ ਲਈਏ ਤੇ ਬਹੁਤ ਜ਼ਿਆਦਾ ਜਿਹੜਾ ਮਾੜਾ ਹਾਲ ਹੋ ਚੁੱਕਾ।
ਕੈਨੇਡਾ ਨੂੰ ਹਜੇ ਹਾਲ ਹੀ ਦੇ ਵਿੱਚ ਕਹਿੰਦੇ ਇੱਕ ਸਰਵੇ ਹੋਇਆ, ਸੈਕਿੰਡ ਸਭ ਤੋਂ ਬੈਸਟ ਕੰਟਰੀ ਕਿਹਾ ਗਿਆ ਰਹਿਣਯੋਗ ਕੰਟਰੀਜ਼ ਦੇ ਵਿੱਚੋਂ। ਸੋ ਕਾਫੀ ਚੀਜ਼ਾਂ ਨੂੰ ਚਲੋ ਉਹਦੇ ਵਿੱਚ ਜਿਹੜੇ ਆંકੜੇ ਦੇਖੇ ਜਾਂਦੇ ਨੇ, ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਜਿਹੜਾ ਕੀਤਾ ਜਾਂਦਾ, ਸਾਰਾ ਫੋਕਸ ਕੀਤਾ ਜਾਂਦਾ ਆ। ਪਰ ਜੇ ਅਖੀਰਲੀ ਗੱਲ ਕਰੀਏ, ਐਟਲੀਸਟ ਮੀਡੀਆ ਨੂੰ ਚਾਹੇ ਜਿੰਨਾ ਮਰਜ਼ੀ ਨਿੰਦਿਆ ਗਿਆ ਵਾ, ਇਸ ਫੋਰਨ ਟ੍ਰਿਪਸ ਨੂੰ ਲੈ ਕੇ ਗਵਰਨਮੈਂਟ ਦੇ ਵੱਲੋਂ ਦੋਸ਼ ਲਗਾਏ ਗਏ ਨੇ, ਪਰ ਇੱਕ ਚੀਜ਼ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲਿਆ। ਕਹਿੰਦੇ ਟਰੂਡੋ ਸਾਹਿਬ ਜਿਹੜੀ ਹੁਣ G20 ਦੀ ਮੀਟਿੰਗ ਲਈ ਗਏ ਨੇ ਇੰਡੀਆ ਦੇ ਵਿੱਚ, ਜਿਹੜੇ ਰਾਸਤੇ 'ਚ ਉਹਨਾਂ ਨੇ 2 ਮੁਲਕਾਂ ਦੇ ਵਿੱਚ ਹੋਰ ਰੁਕ ਕੇ ਜਾਣਾ ਸੀ, ਇੱਕ ਬਹੁਤ ਹੀ ਬਜਟਡ ਜਿਹੜੀ ਟ੍ਰਿਪ ਇਹ ਪਲਾਨ ਕੀਤੀ ਗਈ ਸੀ ਤਾਂ ਕਿ ਓਵਰ ਸਪੈਂਡਿੰਗ ਨਾ ਹੋਵੇ ਤੇ ਇੱਕ ਬਜਟਡ ਉਹਨਾਂ ਦੀ ਟ੍ਰਿਪ ਰਵੇ ਇਹ। ਜੀ ਹੁਣ ਗਾਂ ਦੀ ਗਾਂ ਵੋਟਾਂ ਵੀ ਆ ਰਹੀਆਂ ਜੀ, ਹੁਣ ਇਹਨਾਂ ਨੇ ਵੋਟਾਂ ਵੀ ਇਕੱਠੀਆਂ ਕਰਨੀਆਂ ਨੇ ਤੇ ਮੀਡੀਆ ਦੇ ਵਿੱਚ, ਪਬਲਿਕ ਦੇ ਵਿੱਚ ਰੌਲਾ ਪੂਰਾ ਪੈ ਚੁੱਕਾ ਹੋਇਆ ਵਾ ਵੀ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਆ, ਹਰ ਬੰਦੇ ਅੱਗੇ ਜਿਹੜੀ ਗੱਲ ਆ ਮਿੰਟਾਂ ਸਕਿੰਟਾਂ ਦੇ ਵਿੱਚ ਪਹੁੰਚ ਜਾਂਦੀ ਆ ਤੇ ਇਹਨਾਂ ਨੂੰ ਰੱਖਣਾ ਪੈਣਾ। ਤੁਸੀਂ ਗੱਲ ਆਪਾਂ ਜੇ G7 ਕੰਟਰੀਜ਼ ਦੀ ਕਰ ਲਈਏ, G20 ਦੀ ਵੀ ਕਰੀਏ, G7 ਦੇ ਵਿੱਚ ਕੈਨੇਡਾ ਜਿਹੜੀ ਹੈਗੀ ਸਭ ਤੋਂ ਘੱਟ ਆਪਣੀ ਰਿਸੋਰਸਿਸ ਤੇ ਇਨਫਰਾਸਟ੍ਰਕਚਰ 'ਚ ਇਨਵੈਸਟ ਕਰਦੀ ਆ। ਵੀ ਜੇ ਆਪਾਂ ਪੇਟੈਂਟਸ ਦੀ ਗੱਲ ਕਰ ਲਈਏ, ਕਿਸੇ ਵੀ ਅਦਾਰੇ ਦੀ ਗੱਲ ਕਰ ਲਈਏ, ਕਿਸੇ ਵੀ ਇੰਡਸਟਰੀ ਦੀ ਗੱਲ ਕਰ ਲਈਏ, ਵੀ ਕੈਨੇਡਾ ਜਿਹੜਾ ਆਪਣਾ ਇਨੋਵੇਸ਼ਨ ਦੇ ਉੱਤੇ ਬਹੁਤ ਘੱਟ ਇਨਵੈਸਟ ਕਰਦਾ ਤੇ ਉਹਦਾ ਜਿਹੜਾ ਖਮਿਆਜਾ ਵਾ ਸਾਨੂੰ ਭੁਗਤਣਾ ਪੈ ਰਿਹਾ, ਕਿਉਂਕਿ ਕੈਨੇਡਾ ਹਰੇਕ ਬੰਦੇ ਦੀ ਇਹੀ ਥਿੰਕਿੰਗ ਬਣ ਚੁੱਕੀ ਆ ਵੀ ਅਸੀਂ ਜੇ ਇਨਵੈਸਟ ਕਰਨਾ ਤੇ ਉਹ ਰੀਅਲ ਏਸਟੇਟ ਦੇ ਵਿੱਚ ਕਰਨਾ। ਪ੍ਰੋਗਰਾਮ ਦਾ ਨਾਮ ਬੱਲਿਓ ਡਰਾਈਵਰ ਹੈ, ਪਰ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਆਪਾਂ ਇੱਕ ਡਰਾਈਵਰ ਵੀਰਾਂ ਬਾਰੇ ਗੱਲਬਾਤ ਜ਼ਰੂਰ ਕਰਾਂਗੇ, ਟਰੱਕਿੰਗ ਇੰਡਸਟਰੀ ਬਾਰੇ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਕਿਹਾ ਜਾਂਦਾ ਹੈ ਕਿ ਕੈਨੇਡਾ ਦੀ ਬੈਕਬੋਨ ਆ ਟਰੱਕਿੰਗ ਇੰਡਸਟਰੀ। ਪਰ ਸਾਡੇ ਕੋਲ ਇੰਪੋਰਟ ਜਿਹੜਾ ਆ ਉਹ ਜ਼ਿਆਦਾ ਹੁੰਦਾ, ਐਕਸਪੋਰਟ ਕੈਨੇਡਾ ਵਨੀ ਹੈ ਨਹੀਂ ਇੰਨਾ ਜ਼ਿਆਦਾ ਕਿ ਕੈਨੇਡਾ ਕੋਈ ਚੀਜ਼ ਜ਼ਿਆਦਾ ਐਕਸਪੋਰਟ ਕਰੇ। ਪਰ ਇਸ ਵਕਤ ਟਰੱਕਿੰਗ ਇੰਡਸਟਰੀ ਕਹਿ ਲਈਏ ਕਾਫੀ ਮਾੜੇ ਹਾਲਾਤਾਂ ਚੋਂ ਲੰਘ ਰਹੀ ਹੈ। ਓਨਰ ਆਪਰੇਟਰਸ ਦਾ ਬੁਰਾ ਹਾਲ ਹੈ, ਡਰਾਈਵਰਸ ਦਾ ਬੁਰਾ ਹਾਲ ਹੈ। ਕੀ ਕਹਿਣਾ ਚਾਹੋਗੇ ਗੁਰਜੀਤ, ਇਹ ਤੇ ਕੀ ਰਿਸਰਚ ਕਰਕੇ ਆਏ? ਦੇਖੋ ਜੇ ਆਪਾਂ ਡਰਾਈਵਰਸ ਦੀ ਗੱਲ ਕਰ ਲਈਏ, ਡਰਾਈਵਰਸ ਵਿਚਾਰੇ ਦੁਖੀ ਨੇ। ਜਦੋਂ ਦੀਆਂ ELD ਦੀ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਆ, ਰੈਗੂਲੇਟ ਕੀਤਾ ਗਿਆ ELDs ਦੇ ਨਾਲ ਟਰੱਕ ਡਰਾਈਵਰਸ ਨੂੰ, ਉਹਨਾਂ ਵਿਚਾਰਿਆਂ ਨੂੰ ਕਾਹਤੋਂ ਰੈਗੂਲੇਸ਼ਨਸ ਵੀ ਐਕਸੀਡੈਂਟ ਬਹੁਤ ਹੋ ਰਹੇ ਸੀ। ਜਦੋਂ ਦੀਆਂ ELDs ਆਈਆਂ, ਐਕਸੀਡੈਂਟ ਤਾਂ ਨਹੀਂ ਘਟੇ, ਇੱਕ ਚੀਜ਼ ਜ਼ਰੂਰ ਵਧੀਆ, ਉਹ ਹੈਗੀ ਸਪੀਡਿੰਗ ਟਿਕਟਾਂ। ਕਿਉਂਕਿ ਜਿਹੜਾ ਡਰਾਈਵਰ ਆ ਉਹਨੂੰ ਮੀਲ ਦੇ ਹਿਸਾਬ ਨਾਲ ਪੇ ਹੁੰਦਾ, ਉਹਨੂੰ ਆਵਰਲੀ ਪੇ ਨਹੀਂ ਹੁੰਦਾ। ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਵੇਟ ਟਾਈਮ ਡਰਾਈਵਰ ਨੂੰ ਨਹੀਂ ਦਿੰਦੀਆਂ, ਖਾ ਜਾਂਦੀਆਂ ਨੇ। ਵੀ ਕੋਈ ਤੁਹਾਨੂੰ ਲੋਡ ਕਰਦੇ ਹੋਏ ਤੁਹਾਨੂੰ 4 ਘੰਟੇ ਲੱਗਣ, 5 ਲੱਗ ਜਾਣ, 2 ਲੱਗਣ, 1 ਲੱਗਣ, ਉਹ ਤੁਹਾਡਾ ਟਾਈਮ ਆ, ਤੁਹਾਡਾ ਵੇਸਟ ਹੋਇਆ। ਜੇ ਆਪਾਂ ਟਰੱਕ ਡਰਾਈਵਰਾਂ ਨੂੰ ਕਹਿ ਦਈਏ ਵੀ ਜਿਹੜੇ ਲੌਂਗ ਹੋਲ ਚੱਲਦੇ ਨੇ 24 ਘੰਟੇ ਹੀ ਕੰਮ ਕਰਦੇ, ਚ ਕੋਈ ਦੋ ਰਾਏ ਨਹੀਂ ਹੈਗੀ ਵੀ 24 ਘੰਟੇ ਉਹਨਾਂ ਨੇ ਟਰੱਕ 'ਚ ਹੀ ਰਹਿਣਾ, ਉਹੀ ਉਹਨਾਂ ਦੀ ਵਰਕ ਪਲੇਸ ਆ, ਉਹੀ ਉਹਨਾਂ ਦਾ ਘਰ ਆ। ਪਰ ਉਹਨਾਂ ਨੂੰ ਕੰਪਨਸੇਟ ਮਿਨੀਮਮ ਵੇਜ ਵੀ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਉਸ ਚੀਜ਼ ਦੀ। ਜਿਹੜਾ ਨਾਈਟ ਟਾਈਮ ਕਿਤੇ ਉਹ ਬਾਹਰ ਰਹਿੰਦੇ ਨੇ, ਉਸ ਚੀਜ਼ ਦਾ ਕੋਈ ਉਹਨਾਂ ਨੂੰ ਪੈਸਾ ਜਿਹੜਾ ਨਹੀਂ ਮਿਲਦਾ। ਫਿਰ ਆਪਾਂ ਓਨਰ ਆਪਰੇਟਰਸ ਵੱਲ ਆ ਜਾਂਦੇ ਹੈਗੇ। ਜਿਹੜੇ ਓਨਰ ਆਪਰੇਟਰਸ ਨੇ ਉਹ ਡੀਜ਼ਲ ਦੇ ਪ੍ਰਾਈਸਿਸ ਤੋਂ ਬਹੁਤ ਔਖੀ ਨੇ ਵੀ ਡੀਜ਼ਲ ਦੇ ਪ੍ਰਾਈਸ ਦਿਨੋਂ ਦਿਨ ਜਿਹੜੇ ਵੱਧਦੇ ਜਾ ਰਹੇ ਨੇ। ਫਿਰ ਆਪਾਂ ਗੱਲ ਕਰ ਲਈ ਲੋਡ ਦੇ ਪ੍ਰਾਈਸਿਸ ਦੀ, ਕੰਪਨੀਆਂ ਨੂੰ ਜਿਹੜੇ ਲੋਡ ਦੇ ਪ੍ਰਾਈਸਿਸ ਆ ਪ੍ਰੋਪਰ ਨਹੀਂ ਮਿਲ ਰਹੇ। ਹਾਲ ਦੇ ਵਿੱਚ ਵੀ ਜਿਹੜੀ ਸਥਿਤੀ ਆ ਇੰਡਸਟਰੀ ਦੀ ਬੜੀ ਤਣਾਅਪੂਰਨ ਬਣੀ ਹੋਈ ਆ। ਪਰ ਜਿਹੜਾ ਮਸਲਾ ਫਿਰ ਆ ਜਾ ਕੇ ਵੀ ਇੱਕ ਤਾਂ ਜਿਹੜੇ ਰੇਟਸ ਨਹੀਂ ਵਧੀਆ ਮਿਲਦੇ, ਇੱਕ ਜਿਹੜੀ ਹੈਵੀਲੀ ਰੈਗੂਲੇਟ ਕੀਤਾ ਗਿਆ ਇੰਡਸਟਰੀ ਨੂੰ, ਜਿਹੜੀਆਂ ਰੈਗੂਲੇਸ਼ਨਸ ਬਹੁਤ ਜ਼ਿਆਦਾ। ਇਸ ਚੀਜ਼ ਨੂੰ ਕੀ ਕੀਤਾ ਨਹੀਂ ਜਾ ਸਕਦਾ ਕਿ ਮਿਨੀਮਮ ਜਿਹੜਾ ਤੈਅ ਕੀਤਾ ਜਾਵੇ ਕਿ ਵੀ ਜੇ ਤੁਸੀਂ ਕਿੰਨੇ ਮਾਈਲਸ ਤੁਹਾਨੂੰ ਮਿਨੀਮਮ ਮਿਲਣੇ ਚਾਹੀਦੇ ਆ, ਜਾਂ ਤੁਹਾਡੇ ਟ੍ਰਿਪ ਦਾ ਕਿੰਨਾ ਕੁ ਮਿਨੀਮਮ ਤੁਹਾਨੂੰ ਤੁਹਾਡੇ ਹਿੱਸੇ ਆਉਣਾ ਚਾਹੀਦਾ, ਚਾਹੇ ਤੁਸੀਂ ਓਨਰ ਆਪਰੇਟਰ ਹੋ ਜਾਂ ਤੁਸੀਂ ਕੰਮ ਕਰ ਰਹੇ ਹੋ? ਕੀ ਇਹਦਾ ਕੋਈ ਸਿਸਟਮ ਨਹੀਂ ਹੋ ਸਕਦਾ ਜਾਂ ਹਿਸਾਬ ਨਹੀਂ ਹੋ ਸਕਦਾ? ਦੇਖੋ ਇਸ ਦਾ ਹਿਸਾਬ ਜ਼ਰੂਰ ਹੋਣਾ ਚਾਹੀਦਾ। ਅਸੀਂ ਅਰਜ਼ੋਈ ਕਰਦੇ ਹਾਂ ਵੀ ਕੋਈ ਵਧੀਆ ਵੇ ਲੈ ਕੇ ਜ਼ਰੂਰ ਆਉਣ। ਫਿਰ ਆਪਾਂ ਜੇ ਆਪਾਂ ਜਿਹੜਾ ਕਰੰਟਲੀ ਸਾਡੇ ਕੋਲ ਸਿਸਟਮ ਆਗਾ ਨਹੀਂ ਤਰੀਕੇ ਨਾਲ ਕੰਮ ਕਰ ਪਾ ਰਿਹਾ, ਕੰਪਨੀਜ਼ ਨੂੰ ਕਹਿਣਾ ਚਾਹੀਦਾ, ਸਰਕਾਰ ਨੂੰ ਰੈਗੂਲੇਟ ਕਰਨਾ ਚਾਹੀਦਾ ਵੀ ਜਿੰਨੀ ਵੇਟ ਟਾਈਮ ਡਰਾਈਵਰ ਦੀ ਲੋਡ ਪਿਕਅਪ ਕਰਦੇ ਆ ਜਾਂ ਡਿਲੀਵਰੀ ਕਰਦੇ ਆ ਪਈ ਆ, ਉਹਨੂੰ ਭਾਈ ਵੇਟ ਦਾ ਪੇ ਕੀਤਾ ਜਾਵੇ। ਕਿਉਂਕਿ ਮਾਈਲਸ ਦੇ ਹਿਸਾਬ ਨਾਲ ਕਈ ਟ੍ਰੈਫਿਕ ਜਾਮ 'ਚ ਸਟਰਕ ਹੋ ਗਿਆ। ਕਿਉਂਕਿ ਜਦੋਂ ELD ਚਲਾਉਂਦੇ ਆ, ਤੁਹਾਡੀ 14 ਘੰਟੇ ਦੀ ਸ਼ਿਫਟ ਆ, ਜਿਹੜੀ ਸੂਈ ਆ ਉਹ ਟਿਕ ਟਿਕ ਕਰਨ ਲੱਗ ਜਾਂਦੀ ਆ, ਉਹ ਸੂਈ ਕਦੀ ਵੀ ਨਹੀਂ ਰੁਕਦੀ। ਤੇ ਜੇ ਆਪਾਂ ਦੇਖ ਲਿਆ ਜਾਵੇ ਵੀ ਜਿਹੜੀ ਉਹਨਾਂ ਦੀ ਸ਼ਿਫਟ ਆ, ਜੇ ਕਈ ਵਾਰੀ ਤਾਂ ਅੱਧੀ ਸ਼ਿਫਟ ਉਹਨਾਂ ਦੇ ਟ੍ਰੈਫਿਕ ਜਾਮਾਂ ਦੇ ਵਿੱਚ ਪਿਕਅਪ ਤੇ ਡਿਲੀਵਰੀਆਂ ਕਰਦੇ ਨਿਕਲ ਜਾਂਦੀ ਆ। ਇੱਕ ਪ੍ਰੋਪਰ ਵੇ ਹੋਣਾ ਚਾਹੀਦਾ ਵੀ ਜੇ ਇੰਨੇ ਆਵਰਸ ਕੰਮ ਤੇ ਲੱਗੇ ਨੇ ਤੇ ਇੰਨੀ ਪੇ ਮਿਲਣੀ ਚਾਹੀਦੀ ਆ। ਫਿਰ ਇੱਕ ਟਰੱਕਿੰਗ ਜਿਹੜੀ ਹੈਗੀ ਡੀਸੈਂਟਰਲਾਈਜ਼ਡ ਵੀ ਬਹੁਤ ਆ। ਜਿਹੜੇ ਟਰੱਕ ਡਰਾਈਵਰਸ ਨੇ, ਕੋਈ ਯੂਨੀਅਨ ਨਹੀਂ ਹੈਗੀ ਇਹਨਾਂ ਦੀ, ਜਿੱਦਾਂ ਹਰ ਅਦਾਰਾ ਕੋਈ। ਕਿਉਂਕਿ ਜੇ ਆਪਾਂ ਫੈਡਰਲ ਦੀ ਵਰਕਰਸ ਦੀ ਗੱਲ ਕਰ ਲਈ, ਇੱਕ ਟਰੱਕਿੰਗ ਇੰਡਸਟਰੀ ਬਹੁਤ ਵੱਡੀ ਆ। ਟਰੱਕਿੰਗ ਐਂਡ ਲੌਜਿਸਟਿਕ ਇੰਡਸਟਰੀ ਜੇ ਆਪਾਂ ਕਹਿ ਸਕਦੇ ਹਾਂ ਉਹਨੂੰ, ਬਹੁਤ ਜ਼ਿਆਦਾ ਵੱਡੀ ਆ। ਵੀ ਇਹਨੂੰ ਇਸ ਦੇ ਵਿੱਚ ਕੋਈ ਯੂਨੀਅਨ ਬਣਾਉਣ ਦੀ ਜ਼ਰੂਰਤ ਆ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਆਉਣ ਇਸ ਚੀਜ਼ ਦੇ ਉੱਤੇ। ਬਹੁਤ ਜਿੱਦਾਂ ਹੁਣ ਅੱਜ ਟੋਰਾਂਟੋ ਟਰੱਕਿੰਗ ਐਸੋਸੀਏਸ਼ਨ ਆ ਆਪਣੀ 60ਵੀਂ ਵਰ੍ਹੇਗੰਢ ਬਣਾ ਰਹੀ ਹੈ ਵੀ ਉਹ ਟੋਰਾਂਟੋ ਦੇ ਵਿੱਚ ਹੀ ਕੰਮ ਕਰਦੇ ਨੇ ਜੀਟੀ। ਪਰ ਉੱਥੇ ਆਪਣੇ ਜਿਹੜੇ ਟਰੱਕ ਡਰਾਈਵਰਸ ਵੀ ਨੇ ਉਹਨਾਂ ਦੇ ਨਾਲ ਜੁੜਦੇ ਨਹੀਂ ਹੈਗੇ, ਜਾਂ ਓਨਰ ਆਪਰੇਟਰਸ ਨੇ ਨਹੀਂ ਜੁੜਦੇ। ਕੋਈ ਹਰੇਕ ਲੋਕਲ ਅਦਾਰੇ ਨੇ ਐਸ, ਜੇ ਆਪਾਂ ਕੈਨੇਡੀਅਨ ਟਰੱਕ ਡਰਾਈਵਰ ਐਸੋਸੀਏਸ਼ਨ ਦੀ ਵੀ ਗੱਲ ਕਰ ਲਈਏ ਵੀ ਉਹ ਵੀ ਬਹੁਤ ਵੱਡੇ ਪੱਧਰ ਤੇ ਕੰਮ ਕਰਦੇ ਨੇ। ਪਰ ਇਹ ਐਨਕਰੇਜ ਕਰਨਾ ਚਾਹੀਦਾ, ਜਿਹੜੇ ਸਾਡੇ ਵੀ ਭੈਣ ਭਰਾ ਨੇ ਵੀ ਇਹਨਾਂ ਦੇ ਨਾਲ ਜ਼ਰੂਰ ਜੁੜੋ। ਇਹ ਤੁਹਾਡੇ ਹੱਕਾਂ ਦੀ ਗੱਲ ਕਰਦੇ ਨੇ, ਇਹ ਸਰਕਾਰਾਂ ਨਾਲ ਮੱਥਾ ਲਾਉਂਦੇ ਨੇ।
ਉਮੀਦ ਕਰਦੇ ਹਾਂ ਕਿ ਇਸ ਚੀਜ਼ ਵੱਲ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਏਗਾ ਕਿਉਂਕਿ ਇਸ ਵਕਤ ਟਰੱਕਿੰਗ ਇੰਡਸਟਰੀ ਵੀ ਕਾਫੀ ਬੁਰੇ ਹਾਲਾਤਾਂ ਚੋਂ ਲੰਘ ਰਹੀ ਹੈ। ਸੋ ਪ੍ਰੋਗਰਾਮ ਦੇ ਵਿੱਚ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ। ਅਖੀਰ 'ਚ ਤੁਸੀਂ ਕੁਝ ਕਹਿਣਾ ਚਾਹੋਗੇ? ਅਖੀਰ 'ਚ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਿਆ ਕਰੋ। ਅੱਜ ਕੱਲ੍ਹ ਸਥਿਤੀ ਬੜੀ ਹਰੇਕ ਤੇ ਮਾਨਸਿਕ ਪ੍ਰੈਸ਼ਰ ਬਹੁਤ ਬਣਿਆ ਹੋਇਆ ਵਾ। ਆਪਣੀ ਸਿਹਤ ਦਾ ਧਿਆਨ ਰੱਖੋ, ਮਾਨਸਿਕ ਹੈਲਥ ਦਾ ਧਿਆਨ ਰੱਖੋ, ਆਪਣੀ ਚਾਹਣ ਵਾਲਿਆਂ ਨਾਲ ਗੱਲਬਾਤ ਕਰਦੇ ਰਹੋ। ਬਿਲਕੁਲ ਜੀ। ਤੇ ਇਸ ਦੇ ਨਾਲ ਹੀ ਤੁਸੀਂ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਕਿਸੇ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਇਸ ਮੁੱਦੇ ਉੱਤੇ ਬੱਲਿਓ ਡਰਾਈਵਰ ਦੇ ਵਿੱਚ ਗੱਲਬਾਤ ਹੋਵੇ, ਸਾਨੂੰ ਨੀਚੇ ਕਮੈਂਟ ਕਰ ਸਕਦੇ ਹੋ ਤੁਸੀਂ। ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਉਸ ਮੁੱਦੇ ਉੱਤੇ ਵੀ ਗੱਲਬਾਤ ਜ਼ਰੂਰ ਹੋਵੇ। ਤੇ ਪ੍ਰੋਗਰਾਮ ਪਸੰਦ ਆਇਆ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ। ਇਸ ਦੇ ਨਾਲ ਹੀ ਫਿਲਹਾਲ ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।